ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ही सुंदर दिन चढ़िया है। कितना सुंदर अनमोल जीवन सतगुरु पातशाह जी ने सानू बख्शिश किया है। आओ सदा उस निरंकार का ध्यान धरिए, उसका शुकराना करिए जिसने ये पवित्र सवास दिते ने। वाहिगुरू जी का खालसा वाहिगुरू जी की फतेह। शाम सुंदर नू तज के नींद तैनू क्यों आ गई, सतगुर पातशाह पावन शब्द विच की आख रहे ने। शाम सुंदर तज नींद क्यों आई। हे मनुखा, शाम सुंदर नू भुला के परमेश्वर नू विसार के तेरे तन अंदर, मन अंदर, हिरदे अंदर नींद किस तरह आ गई। तेरा शरीर तो जागदा है, पर परमेश्वर दे प्रति तेरा प्यार क्यों सुता है? क्यों सुता है? निरंकार नू भुल के तू सुख दी नींदर क्यों सुता पिया है? ਉਹ ਤੂੰ ਵੀ ਅੰਮ੍ਰਿਤ ਵੇਲੇ ਉਠਿਆ ਕਰ, ਤੂੰ ਵੀ ਅੰਮ੍ਰਿਤ ਵੇਲੇ ਜਾਗ ਕੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਧ ਸੰਗਤ, ਅੱਜ ਜਿੱਥੇ ਅਸੀਂ ਮਨੁੱਖ ਨੇ ਸੰਸਾਰ ਵਿੱਚ ਆ ਕੇ ਨਿਤਨੇਮ ਦੇ ਫੁੱਲ ਇਕੱਠੇ ਕਰਨੇ ਸਨ, ਉੱਥੇ ਪਾਪਾਂ ਰੂਪੀ ਵੱਟੇ ਇਕੱਠੇ ਕਰ ਰਹੇ। ਤੇ ਹੁਣ ਇਹ ਪਾਪਾਂ ਰੂਪੀ ਵੱਟੇ ਇਕੱਠੇ ਕੀਤੀ ਦੇਹੀ ਕਿਸ ਤਰ੍ਹਾਂ ਪਾਰ ਲੱਗੇਗੀ? ਆਪਣੇ ਲਈ ਟੋਆ ਮਨੁੱਖ ਆਪ ਹੀ ਪੁੱਟੀ ਜਾਂਦਾ ਹੈ। ਅੱਜ ਮਨੁੱਖ ਨੇ ਆਪਣੇ ਲਈ ਇਤਨੇ ਕੰਮਾਂ ਦੇ ਖਲੇਰੇ ਜੰਜਾਲ ਪਾ ਲਏ ਹਨ ਕਿ ਇੱਕ ਘੜੀ ਦੇ ਸਤਸੰਗ ਲਈ ਵੀ ਉਸ ਕੋਲ ਸਮਾਂ ਨਹੀਂ ਰਿਹਾ। ਉਹ ਵਿਅਰਥ ਦੇ ਸਾਰੇ ਕੰਮਾਂ ਲਈ ਸਮਾਂ ਹੈ। ਸਿਨੇਮਾ ਹਾਲ ਵਿੱਚ ਪਿਕਚਰ ਵਿੱਚ ਜਾ ਕੇ, ਸਿਨੇਮਾ ਹਾਲ ਵਿੱਚ ਪਿਕਚਰ ਵਿੱਚ ਜਾ ਕੇ 3 ਘੰਟੇ ਬੈਠ ਸਕਦਾ ਹੈ, ਪਰ ਪਰਮੇਸ਼ਵਰ ਦੀ ਬੰਦਗੀ ਲਈ ਸਮਾਂ ਨਹੀਂ। 10 ਮਿੰਟ ਕਿਤੇ ਸਿਮਰਨ ਵਿੱਚ ਕਹੀਏ ਬੈਠ ਜਾਈਏ ਅੱਖਾਂ ਬੰਦ ਕਰਕੇ, ਮਨੁੱਖ ਨਹੀਂ ਬੈਠ ਸਕਦਾ। ਕਹਿੰਦੇ ਜੀ ਅੱਖਾਂ ਬੰਦ ਕਰਦੇ ਮਨ ਘਬਰਾਹਟ ਹੁੰਦੀ ਹੈ। ਕੀ ਘਬਰਾਹਟ ਹੁੰਦੀ ਹੈ? ਜੋ ਗਲਤ ਕੰਮ ਕੀਤੇ ਨੇ ਸਾਧ ਸੰਗਤ, ਉਹ ਗਲਤ ਕੰਮ ਅੱਗੇ ਆਉਂਦੇ ਨੇ, ਬੈਠਿਆ ਨਹੀਂ ਜਾਂਦਾ। ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ, ਕਿਉਂਕਿ ਸਾਧ ਸੰਗਤ ਮਹਾਂਪੁਰਸ਼ਾਂ ਨਾਲ ਬਿਤਾਏ ਹੋਏ ਪਲ, ਮਹਾਂਪੁਰਸ਼ਾਂ ਨਾਲ ਬਿਤਾਈਆਂ ਹੋਈਆਂ ਯਾਦਾਂ ਸੁਨਹਿਰੀ ਯਾਦਾਂ ਬਣ ਜਾਂਦੀਆਂ ਨੇ, ਸੁਨਹਿਰੀ ਪਲ ਬਣ ਜਾਂਦੇ ਨੇ। ਸਿੱਖ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਸੰਤ ਸਿੰਘ ਜੀ ਮਸਕੀਨ ਐਸੀ ਸ਼ਖਸੀਅਤ ਨੇ, ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਉਹਨਾਂ ਨੂੰ ਜਾਣਦੇ ਨੇ। ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਦਰਸ਼ਨਾਂ ਦਾ, ਕੁਝ ਇੱਕ ਸਮਾਂ ਨਾਲ ਰਹਿਣ ਦਾ। ਇੱਕ ਵਾਰ ਮਹਾਂਪੁਰਸ਼ ਆਪ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਪਿੱਛੇ ਮਹਾਂਪੁਰਸ਼ਾਂ ਦਾ ਇੱਕ ਕਮਰਾ ਗੁਰਦੁਆਰੇ ਵੱਲੋਂ ਹੀ ਉਹਨਾਂ ਨੂੰ ਮਿਲਿਆ ਹੋਇਆ ਸੀ। ਜਦੋਂ ਮਹਾਂਪੁਰਸ਼ ਆਉਂਦੇ ਸੀ, ਮਸਕੀਨ ਸਾਹਿਬ ਆਇਆ ਕਰਦੇ ਸਨ, ਉੱਥੇ ਠਹਿਰਦੇ ਸਨ। ਇੱਕ ਪਤੀ ਤੇ ਪਤਨੀ ਦੋਨੋਂ ਆਏ, ਦਾਸ ਕੋਲ ਮਹਾਂਪੁਰਸ਼ਾਂ ਦੇ ਬੈਠਾ ਸੀ, ਹੱਥ ਜੋੜ ਕੇ ਬੈਠ ਗਏ, ਵਿਚਾਰ ਕਰਨ ਲੱਗੇ। ਮਹਾਂਪੁਰਸ਼ਾਂ ਨੇ ਇਸ਼ਾਰਾ ਕੀਤਾ, ਜਲ ਪਾਣੀ ਦੀ ਸੇਵਾ ਕਰਾਈ। ਗੁਰਮੁਖ ਪਿਆਰਾ ਆਖਣ ਲੱਗਾ, ਕਹਿੰਦਾ ਮਹਾਂਪੁਰਸ਼ੋ ਯਤਨ ਤਾਂ ਕਰਦੇ ਹਾਂ, ਪਰ ਪਾਠ ਵਿੱਚ ਮਨ ਨਹੀਂ ਲੱਗਦਾ। ਪਾਠ ਕਰਦੇ ਹਾਂ, ਮਨ ਨਹੀਂ ਲੱਗਦਾ। ਕਰਨ ਨੂੰ, ਸਿਮਰਨ ਕਰਨ ਨੂੰ, ਪਾਠ ਕਰਨ ਨੂੰ ਦਿਲ ਨਹੀਂ ਕਰਦਾ। ਕੀ ਕਰੀਏ? ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਕਹਿਣ ਲੱਗੇ, ਗੁਰਮੁਖ ਪਿਆਰਿਓ,
ਕਰੀ ਜਾਓ ਪਾਠ, ਪੜ੍ਹੀ ਜਾਓ। ਮਨ ਪਾਠ ਵਿੱਚ ਲੱਗ ਜਾਣਾ, ਇਹੀ ਤਾਂ ਫਲ ਹੈ। ਵੇਖੋ ਪਿਆਰੀ ਸਾਧ ਸੰਗਤ, ਕਿਤਨੀ ਗਹਿਰੀ ਗੱਲ ਮਹਾਂਪੁਰਸ਼ਾਂ ਨੇ ਕਹੀ। ਕਹਿੰਦੇ ਜਦੋਂ ਪਾਠ ਵਿੱਚ ਸਾਡਾ ਮਨ ਲੱਗਣ ਲੱਗ ਪੈਂਦਾ ਹੈ, ਇਹ ਤਾਂ ਗੁਰੂ ਪਾਤਸ਼ਾਹ ਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ ਜੋ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਜੇ ਮਨ ਲੱਗਣ ਲੱਗ ਪਿਆ ਫਿਰ ਤਾਂ ਗੱਲ ਬਣ ਗਈ ਸਮਝੋ। ਇਸ ਲਈ ਤੇ ਪਾਠ ਕਰਨਾ ਕਿ ਪਾਠ ਵਿੱਚ ਮਨ ਲੱਗਣ ਲੱਗ ਪਵੇ, ਉਸ ਦੀਆਂ ਗੱਲਾਂ ਸਾਨੂੰ ਸਮਝ ਆਉਣ ਲੱਗ ਪੈਣ। ਜਦੋਂ ਪੜ੍ਹੀਏ ਪਾਠ ਕਰੀਏ ਤੇ ਜਿਵੇਂ ਅਸੀਂ ਪਰਮਾਤਮਾ ਨਾਲ ਇੱਕ ਮਿਕ ਹੋ ਗਏ ਹਾਂ, ਜੁੜ ਗਏ ਹਾਂ, ਉਸ ਦੇ ਵਿਚਾਰਾਂ ਨੂੰ ਆਪਣੇ ਜੀਵਨ 'ਤੇ ਢਾਲੀਏ। ਇਹ ਗੁਰਸਿੱਖੀ ਹੈ, ਇਹ ਪ੍ਰੇਮ ਹੈ। ਅਮਲ ਵਿੱਚ ਲੈ ਕੇ ਆਈਏ, ਅਸਲ ਜੀਵਨ ਵਿੱਚ ਲੈ ਕੇ ਆਈਏ। ਕੇਵਲ ਪੜ੍ਹਦੇ ਹੀ ਰਹਿ ਗਏ ਤੇ ਕੋਈ ਲਾਭ ਨਹੀਂ ਹੋਣਾ। ਅਸਲੀਅਤ ਵਿੱਚ ਉਸ ਨੂੰ ਲੈ ਕੇ ਆਈਏ। ਸੋ ਪਿਆਰੀ ਸਾਧ ਸੰਗਤ, ਮੈਂ ਬਿਨੈ ਕਰ ਰਿਹਾ ਸੀ, ਹੋਰ ਵਿਅਰਥ ਦੇ ਸਾਰੇ ਕੰਮਾਂ ਲਈ ਸਮਾਂ ਹੈ। ਪਰਮਾਤਮਾ ਨੂੰ ਮਨੁੱਖ ਨੇ ਪਤਾ ਨਹੀਂ ਕਿਉਂ ਭੁਲਾ ਦਿੱਤਾ। ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਪਾਤਸ਼ਾਹ ਬਖਸ਼ਿਸ਼ ਕਰਦੇ। ਕਿਉਂਕਿ ਅਸੀਂ ਆਪਣੀ ਆਤਮਾ ਨੂੰ ਸੁਲਾ ਦਿੱਤਾ ਹੈ। ਅਸੀਂ ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਨੂੰ ਭੁਲਾ ਦਿੱਤਾ ਹੈ, ਜੋ ਪੁਕਾਰ ਕਹਿ ਰਹੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ। ਤੇਰਾ ਸਾਰਾ ਸਮਾਂ ਇਉਂ ਹੀ ਵਿਅਰਥ ਹੁੰਦਾ ਜਾ ਰਿਹਾ ਹੈ, ਨਿਕਲਦਾ ਜਾ ਰਿਹਾ ਹੈ। ਤਾਈਓ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਰਾਮ ਸਿਮਰ ਪਛਤਾਏਂਗਾ। ਤੇ ਪਛਤਾਵਾ ਕੀ ਹੈ ਕਿ ਅਮੋਲਕ ਸਵਾਸ ਪਾਤਸ਼ਾਹ ਨੇ ਦਿੱਤੇ, ਅਮੋਲਕ ਦੇਹੀ ਪਾਤਸ਼ਾਹ ਨੇ ਦਿੱਤੀ, ਤੇ ਅਸੀਂ ਇਹਨਾਂ ਸਵਾਸਾਂ ਨੂੰ ਨਹੀਂ ਪਛਾਣ ਪਾਏ। ਇੱਕ ਦ੍ਰਿਸ਼ਟਾਂਤ ਯਾਦ ਆਉਂਦਾ ਮਹਾਂਪੁਰਸ਼ਾਂ ਦਾ। ਸੰਤ ਸੁਜਾਨ ਸਿੰਘ ਜੀ ਮਹਾਰਾਜ, ਸੰਤਾਂ ਦੀਆਂ ਗੱਲਾਂ ਸਾਧ ਸੰਗਤ ਅਲੱਗ ਹੀ ਗੱਲਾਂ ਹੁੰਦੀਆਂ ਨੇ, ਕਿਉਂਕਿ ਇਹ ਉਹ ਰੂਹਾਂ ਨੇ ਜੋ ਪਰਮਾਤਮਾ ਨਾਲ ਇੱਕ ਮਿਕ ਹੋਈਆਂ ਨੇ, ਜੁੜ ਗਈਆਂ ਨੇ। ਇੱਕ ਦਿਨ ਕੋਈ ਗੁਰਮੁਖ ਪਿਆਰਾ ਗੁਰਦੁਆਰੇ ਆਇਆ, ਜਾਂ ਸੰਤ ਸੁਜਾਨ ਸਿੰਘ ਜੀ ਦੀ ਨਿਗਾਹ ਗੁਰਮੁਖ ਪਿਆਰੇ ਦੇ ਉੱਤੇ ਪਈ। ਆਖਣ ਲੱਗੇ, ਗੁਰਮੁਖ ਪਿਆਰਿਆ, ਬਹੁਤ ਸਮਾਂ ਹੋ ਗਿਆ ਬਈ ਤੇਰੇ ਦਰਸ਼ਨ ਨਹੀਂ ਹੋਏ, ਕਿੱਥੇ ਚਲਾ ਗਿਆ ਸੀ? ਕਹਿਣ ਲੱਗਾ, ਮਹਾਂਪੁਰਸ਼ੋ ਬਸ ਕੀ ਦੱਸਾਂ, ਟਾਈਮ ਹੀ ਨਹੀਂ ਮਿਲਦਾ। ਕੰਮਕਾਰ ਇਤਨਾ ਵੱਧ ਗਿਆ, ਸਮਾਂ ਹੀ ਨਹੀਂ ਮਿਲ ਪਾਉਂਦਾ। ਰੋਜ਼ ਸੋਚਦੇ ਹਾਂ ਗੁਰਦੁਆਰੇ ਜਾਵਾਂਗੇ, ਮੱਥਾ ਟੇਕ ਕੇ ਆਵਾਂਗੇ, ਗੁਰਦੁਆਰੇ ਜਾਵਾਂਗੇ, ਬਸ ਇਹਦੇ 'ਚ ਹੀ ਸਾਰਾ ਸਮਾਂ ਲੰਘ ਜਾਂਦਾ, ਸਮਾਂ ਹੀ ਨਹੀਂ ਮਿਲ ਪਾਉਂਦਾ, ਕੰਮ ਬਹੁਤ ਵੱਧ ਗਿਆ। ਜਦੋਂ ਇਹ ਗੱਲ ਸੁਣੀ ਨਾ ਮਹਾਂਪੁਰਸ਼ਾਂ ਨੇ, ਸੰਤ ਸੁਜਾਨ ਸਿੰਘ ਜੀ ਮਹਾਰਾਜ ਕੋਲ ਗਏ ਤੇ ਗੁਰਮੁਖ ਪਿਆਰੇ ਦੀ ਬਾਂਹ ਫੜ ਲਈ। ਤੇ ਬਾਂਹ ਫੜ ਕੇ ਪਤਾ ਕੀ ਆਖਣ ਲੱਗੇ? ਕਹਿੰਦੇ, ਚੱਲ ਫਿਰ ਗੁਰੂ ਨਾਨਕ ਦੇ ਚਰਨਾਂ ਵਿੱਚ ਤੇਰੀ ਅਰਦਾਸ ਕਰੀਏ। ਕਹਿੰਦੇ, ਜੀ ਕੀ ਅਰਦਾਸ ਕਰੀਏ? ਮੇਰਾ ਤਾਂ ਸਭੋ ਕੁਝ ਕੰਮ ਠੀਕ ਚੱਲ ਰਿਹਾ, ਬਹੁਤ ਵਧੀਆ ਚੱਲ ਰਿਹਾ, ਇਤਨਾ ਕੰਮ ਹੈ, ਮੇਰੇ ਕੋਲ ਕੰਮ ਸਾਂਭਿਆ ਨਹੀਂ ਜਾ ਰਿਹਾ, ਮੇਰੇ ਕੋਲ 1 ਮਿੰਟ ਦਾ ਵੀ ਟਾਈਮ ਨਹੀਂ। ਸੰਤ ਸੁਜਾਨ ਸਿੰਘ ਜੀ ਕਹਿਣ ਲੱਗੇ, ਉਹੀ ਤਾਂ ਮੈਂ ਕਹਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚੱਲ ਕੇ ਤੇਰੀ ਅਰਦਾਸ ਕਰ ਦਈਏ ਕਿ ਤੇਰਾ ਕੰਮ ਥੋੜ੍ਹਾ ਘੱਟ ਜਾਵੇ, ਕਿਉਂਕਿ ਅੱਜ ਤੇਰਾ ਕੰਮ ਇਤਨਾ ਵੱਧ ਗਿਆ ਹੈ ਕਿ ਜਿਸਨੇ ਕੰਮ ਤੈਨੂੰ ਦਿੱਤਾ ਹੈ ਤੂੰ ਉਸੀ ਨੂੰ ਵਿਸਾਰ ਦਿੱਤਾ ਹੈ। ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਜਿਸਨੇ ਤੈਨੂੰ ਇਹ ਬਰਕਤਾਂ ਦਿੱਤੀਆਂ ਨੇ ਤੂੰ ਉਸੀ ਨੂੰ ਭੁਲਾ ਦਿੱਤਾ ਹੈ। ਐਸੇ ਕੰਮ ਕਰਨ ਦਾ ਕੀ ਲਾਭ? ਕਿਹਦੇ ਲਈ ਕੰਮ ਕਰ ਰਹੇ ਹੈ? ਜੇ ਜੀਵਨ ਦਾ ਲਕਸ਼ ਗੁਰੂ ਤੇਰੇ ਨਾਲ ਨਹੀਂ ਹੈ, ਤੂੰ ਗੁਰੂ ਨੂੰ ਹੀ ਭੁਲਾ ਬੈਠਾ ਹੈ, ਤੇ ਐਸੇ ਕੰਮ ਦਾ ਕੀ ਲਾਭ? ਸਾਧ ਸੰਗਤ, ਮੈਂ ਬਿਨੈ ਕਰਾਂ,
ਇਸੇ ਲਈ ਜਿੱਥੇ ਸਾਰੇ ਦੁਨਿਆਵੀ ਕੰਮ ਕਰੀਏ ਉੱਥੇ ਪਰਮਾਤਮਾ ਨੂੰ ਕਦੀ ਨਾ ਵਿਸਾਰੀਏ। ਬੜਾ ਸੁੰਦਰ ਕਿਸੇ ਨੇ ਲਿਖਿਆ, ਤੇਰੇ ਦਰ ਸੇ ਇਹ ਰੁਤਬਾ ਮੇਰੇ ਸਰ ਕੋ ਮਿਲਾ ਹੈ, तेरे दर से ये रुतबा मेरे सर को मिला है, हालांकि ये सर भी तेरे दर से मिला है। कि पत्थर से गर ठोकर खाई है मैंने, तो मंजिल का निशान भी उस पत्थर से मिला है। ये मैं उन्हां लई कह रहा ਜਿਹੜੇ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰ ਦਿੰਦੇ ਨੇ, ਜਿਹੜੇ ਗੁਰੂ ਦੇ ਬਣ ਜਾਂਦੇ ਨੇ। कि तेरे दर से ये रुतबा मेरे सर को मिला है, हालांकि ये सर भी तेरे दर से मिला है। पत्थर से गर ठोकर खाई है मैंने। मैं बिने करा गुरमुख प्यारियां दा कदी कोई नुकसान भी हो जावे ना, कदी कोई नुकसान भी हो जावे, कदी कोई कुछ गलत भी हो जावे उन्हां नाल, ਉਹ ਗਲਤ ਨਹੀਂ ਹੁੰਦਾ, ਉਹ ਨੁਕਸਾਨ ਨਹੀਂ ਹੁੰਦਾ। ਪਰ ਹੁੰਦਾ ਕੀ ਹੈ, ਇੱਕ ਸਮਾਂ ਪਾ ਕੇ ਸਾਨੂੰ ਪਤਾ ਲੱਗਦਾ ਕਿ ਇਹ ਜਿਹੜਾ ਨੁਕਸਾਨ ਹੋਇਆ ਸੀ ਕਿਸੇ ਫਾਇਦੇ ਲਈ ਹੋਇਆ ਸੀ। ਜੇ ਇਹ ਨਾ ਹੁੰਦਾ ਤੇ ਉਹ ਫਾਇਦਾ ਵੀ ਸਾਨੂੰ ਨਾ ਹੁੰਦਾ। ਕਿ ਪੱਥਰ ਸੇ ਗਰ ਠੋਕਰ ਖਾਈ ਹੈ ਮੈਨੇ, तो मंजिल का निशान भी उस पत्थर से मिला है। मिलता है तेरे दर पे मुकद्दर से भी ज़्यादा। ध्यान देना साध संगत, गुरु नानक पातशाह जी दा दर ऐसा दर है, मन मंगियां मुरादां पांदा है गुरु का सिख। मनुख ने किते चित चेते विच सोचिया भी नहीं हुंदा ऐसा कुछ हो जाना है, तो हो जाता है। गुरु पातशाह ਝੋਲੀਆਂ ਭਰ ਦਿੰਦਾ ਹੈ, ਬਰਕਤਾਂ ਪਾ ਦਿੰਦਾ ਹੈ। मिलता है तेरे दर पे मुकद्दर से भी ज़्यादा, हालांकि ये मुकद्दर भी तेरे दर से मिला है। बस इस गल दी किते समझ आ जावे कि सब कुछ देण वाला होर कोई नहीं है, इक्को एक परमात्मा है, इक्को एक रब है, खुदा है, ईश्वर है, जिहड़ी सारी बरकतां दे रहा है। ते उसदा धन्नवाद जिहड़े करदे ने साध संगत, मैं बिनय करां, जिहड़े उस निरंकार दा धन्नवाद करदे ने उन्हां दे फिर खजाने कदी खाली नहीं रह सकदे। जिहड़े उस निरंकार परम पिता परमेश्वर नूं याद करदे ने ਉਹ सदा आत्मिक सुख ते खेड़े विच रहिंदे ने। बहुत खुशी हुंदी है ये गल सुन के, जदों पता लगदा है सिੱਖੀ कितनी वध रही है, सिੱਖੀ दा प्रेम कितना वध रहा है, बड़ी खुशी हुंदी है। साध संगत, गुरमुख प्यारा की आखण लगा, जन्मदिन असी रोज़ मनाते हैं, जन्मदिन असी सारे ही मनाते हैं। पर बड़ी खुशी हुई ये गल सुन के कि एक बहुत वड्डा कीर्तन दरबार कराया। कहन लगा जी मैं अपना जन्मदिन मना रहा, कीर्तन दरबार करा रहा। ते किहड़ा जन्मदिन? कहंदा मैं वो जन्म नहीं मना रहा जिस दिन मेरा जन्म होया सी, मैं वो जन्मदिन मना रहा जिस दिन मेरा असलीयत विच जन्म होया सी। मैं कहा भी ये किहड़ा जन्मदिन है, असलीयत विच जन्म होया सी? कहंदा जी मैं वो दिन मना रहा जिस दिन मैं धन गुरु गोबिंद सिंह पातशाह दियां दातां खंडे बाटे दा अमृत छकिया सी। मैं वो जन्मदिन मना रहा कि उस दिन मैं अमृत छकिया, मैं गुरु वाला बनिया, गुरु दे शरण विच गया, गुरु दे विचारां नूं अपने जीवन विच ढालिया ते अपने जीवन नूं बदलिया। सिੱਖੀ कितनी वध रही है। कौन कहता है सिੱਖੀ पिछे, कौन कहता है सिख पिछे जा रहे हैं? सिੱਖੀ बहुत वध रही है। किसी मुखालते विच ना रहना, ये चढ़दी कला वाल है, चढ़दी कला। नानक नाम चढ़दी कला,
ਤੇਰੇ ਭਾਣੇ ਸਰਬਤ ਦਾ ਭਲਾ। ਸਿੱਖ ਤੇ ਸਿੱਖ ਬਹੁਤ ਬਹੁਤ ਚੜ੍ਹਦੀ ਕਲਾ ਵਾਲੇ ਬੈਠੇ ਨੇ ਗੁਰੂ ਕੀ ਪਿਆਰੀ ਸਾਧ ਸੰਗਤ। ਪਰ ਇੱਕ ਗੱਲ ਸਦਾ ਯਾਦ ਰੱਖਣਾ ਹੈ ਨੂੰ ਵਿਰਲੇ ਹੀ ਵਿਰਲੇ ਨੇ। ਤੇ ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਜਦ ਤੋਂ ਸ੍ਰਿਸ਼ਟੀ ਦਾ ਆਰੰਭ ਹੋਇਆ ਹੈ, ਉਹ ਰੂਹਾਂ ਜਿਹੜੀ ਅਸਲੀਅਤ ਵਿੱਚ ਪਰਮਾਤਮਾ ਨਾਲ ਜੁੜੀਆਂ ਨੇ, ਉਹ ਤਾਂ ਫਿਰ ਵਿਰਲੀਆਂ ਹੀ ਨੇ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜੋ ਤੁਧ ਸੱਚ ਧਿਆਇਂਦੇ। ਯਾਦ ਤਾਂ ਪਰਮਾਤਮਾ ਨੂੰ ਸਾਰੇ ਹੀ ਕਰ ਰਹੇ ਨੇ। ਉਹ ਕਹਿੰਦੇ ਮੈਂ ਵੀ ਰਾਮ ਆਖ ਰਿਹਾ, ਮੈਂ ਵੀ ਅੱਲਾ ਆਖ ਰਿਹਾ, ਮੈਂ ਵੀ ਵਾਹਿਗੁਰੂ ਜਪ ਰਿਹਾ। ਬਹੁਤ ਨੇ ਜਿਹੜੇ ਪਰਮਾਤਮਾ ਦਾ ਨਾਮ ਲੈ ਰਹੇ ਨੇ, ਪਰ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿਹੜੇ ਅਸਲੀਅਤ ਵਿੱਚ ਪਰਮਾਤਮਾ ਨੂੰ ਜਪ ਰਹੇ ਨੇ। ਜੋ ਤੁਧ ਸੱਚ ਧਿਆਇਂਦੇ ਸੇ ਵਿਰਲੇ ਥੋੜੇ। ਅੱਜ ਥੋੜੇ ਨਹੀਂ ਨੇ, ਸਦਾ ਤੋਂ ਥੋੜੇ ਸਨ, ਥੋੜੇ ਹੀ ਨੇ। ਜੋ ਤੁਧ ਸੱਚ ਧਿਆਇਂਦੇ ਸੇ ਵਿਰਲੇ ਥੋੜੇ। ਜੋ ਮਨ ਚਿੱਤ ਇੱਕ ਆਰਾਧ ਦੇ, ਜੋ ਉਸ ਇੱਕ ਨਿਰੰਕਾਰ ਪਰਮਾਤਮਾ ਦੀ ਆਰਾਧਨਾ ਕਰਦੇ ਨੇ। ਜੋ ਮਨ ਚਿੱਤ ਇੱਕ ਆਰਾਧ ਦੇ, ਤਿਨ ਕੀ ਬਰਕਤ ਖਾਏ ਅਸੰਖ ਕਰੋੜੇ। ਉਸ ਇੱਕ ਦੇ ਪਿੱਛੇ ਅਨੇਕਾਂ ਹੀ ਉਸ ਦੀਆਂ ਬਰਕਤਾਂ ਖਾ ਰਹੇ ਨੇ। ਮੈਂ ਨਹੀਂ ਕਹਿ ਰਿਹਾ, ਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ। ਸੋ ਅਸੀਂ ਆਪਣੇ ਜੀਵਨ ਦੀ ਅਸਲੀਅਤ ਨੂੰ ਸਮਝੀਏ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਕਿਤੇ ਐਸਾ ਨਾ ਹੋਵੇ ਤੇਰਾ ਸਾਰਾ ਸਮਾਂ ਇਉਂ ਹੀ ਲੰਘ ਜਾਵੇ। ਪਰ ਜਿਸ ਤਰ੍ਹਾਂ ਬੱਚਾ ਜਦੋਂ ਛੋਟਾ ਹੁੰਦਾ ਹੈ, ਪਿਤਾ ਦੀ ਗੱਲ ਨੂੰ ਨਹੀਂ ਸਮਝਦਾ। ਪਿਤਾ ਉਸਨੂੰ ਬਾਰ-ਬਾਰ ਸਮਝਾਉਂਦਾ ਹੈ, ਬੇਟਾ ਪੜ੍ਹ ਲੈ, ਪੜ੍ਹ ਲੈ, ਪੜ੍ਹਾਈ ਦੀ ਬੜੀ ਕੀਮਤ ਹੈ, ਨਹੀਂ ਤਾਂ ਇੱਕ ਸਮਾਂ ਆਵੇਗਾ ਤੂੰ ਪਛਤਾਏਂਗਾ। ਕਿਉਂਕਿ ਪਿਤਾ ਨੂੰ ਇਸ ਗੱਲ ਦਾ ਅਨੁਭਵ ਹੁੰਦਾ ਹੈ ਕਿ ਇੱਕ ਅਨਪੜ੍ਹ ਮਨੁੱਖ ਨੂੰ ਕਿਸ ਤਰ੍ਹਾਂ ਧੱਕੇ ਖਾਣੇ ਪੈਂਦੇ ਨੇ। ਪਰ ਬੱਚੇ ਨੂੰ ਜਦੋਂ ਇਸ ਗੱਲ ਦੀ ਸਮਝ ਆਉਂਦੀ ਹੈ, ਤੇ ਫਿਰ 20 ਸਾਲ 25 ਸਾਲ 30 ਸਾਲ ਜਦੋਂ ਬੱਚੇ ਨੂੰ ਪਿਤਾ ਦੀ ਗੱਲ ਦੀ ਸਮਝ ਆਉਂਦੀ ਹੈ, ਤੇ ਕੀ ਹੁੰਦਾ ਹੈ, ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ, ਸਮਾਂ ਹੱਥੋਂ ਨਿਕਲ ਚੁੱਕਿਆ ਹੁੰਦਾ। ਪਰ ਗੁਰੂ ਦੀ ਬਾਣੀ, ਗੁਰੂ ਦੇ ਅਨੁਭਵ ਸਾਰਿਆਂ ਨੂੰ ਸਮਝਾਉਂਦੇ ਆ। ਇੱਛਾ ਪੂਰਕ ਸਰਬ ਸੁਖਦਾਤਾ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕੇ ਵਸ ਹੈ ਕਾਮ ਤੇਨਾ। ਸੋ ਐਸਾ ਧਿਆਈਏ ਹਰ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ। ਮਨ ਤੂੰ ਕੀ ਜਪ, ਸਤਨਾਮ, ਸਦਾ ਸਤਨਾਮ। ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਪਈ ਪ੍ਰਾਪਤ ਮਾਨੁਖ ਦੇ ਹੋਈ ਹੈ। 84 ਲੱਖ ਜੂਨਾਂ ਤੋਂ ਬਾਅਦ ਮਨੁੱਖਾ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਅਸੀਂ ਧਿਆਨ ਦੇਈਏ, ਇਸ ਜੀਵਨ ਵਿੱਚ ਕੀ ਖਾਸ ਹੈ? ਉਹ ਕਿਹੜੀ ਐਸੀ ਚੀਜ਼ ਹੈ ਜਿਸ ਕਰਕੇ ਮਨੁੱਖਾ ਜੀਵਨ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ? ਤਾਂ ਪਿਆਰੀ ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਨੇ ਸਭ ਤੋਂ ਉੱਤਮ ਸਾਨੂੰ ਮੱਤ ਦਿੱਤੀ। ਮੱਤ ਦੇਹੀ ਤੇ ਦਿੱਤੀ। ਇਸ ਦੇਹੀ ਵਿੱਚ ਇੱਕ ਦਿਲ ਦਿੱਤਾ, ਇੱਕ ਦਿਮਾਗ ਦਿੱਤਾ। ਹੁਣ ਭਾਵੇਂ ਅਸੀਂ ਇਸ ਨੂੰ ਕੁਮੱਤ ਬਣਾ ਲਈਏ, ਭਾਵੇਂ ਅਸੀਂ ਇਸ ਨੂੰ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਜੋੜ ਕੇ ਗੁਰਬੱਤ ਬਣਾ ਲਈਏ, ਗੁਰਮਤ ਬਣਾ ਲਈਏ, ਸਮੱਤ ਬਣਾ ਲਈਏ। ਤਾਈਓ ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਸੀਂ ਜਾਂਦੇ ਹਾਂ, ਦੋਵੇਂ ਹੱਥ ਜੋੜ ਕੇ, ਮਨ ਕਰਕੇ, ਜਿੱਥੇ ਤਨ ਝੁਕਾਉਂਦੇ ਹਾਂ,
ਉੱਥੇ ਮਨ ਵੀ ਝੁਕਾਉਂਦੇ ਹਾਂ ਅਤੇ ਇਹ ਅਰਦਾਸ ਕਰਦੇ ਹਾਂ, ਪਾਤਸ਼ਾਹ ਸਾਨੂੰ ਸਮੱਤ ਬਖਸ਼ੀ। ਕੇਵਲ ਮੱਤ ਨਹੀਂ ਮੰਗਦੇ, ਮੱਤ ਬਖਸ਼ੀ ਨਹੀਂ, ਸਮੱਤ ਬਖਸ਼ੀ, ਚੰਗੀ ਮੱਤ ਬਖਸ਼ੀ ਕਿ ਅਸੀਂ ਪਛਾਣ ਸਕੀਏ ਕੀ ਗਲਤ ਹੈ ਕੀ ਠੀਕ ਹੈ। ਮੈਂ ਠੀਕ ਕਰ ਰਿਹਾ, ਮੈਂ ਗਲਤ ਕਰ ਰਿਹਾ, ਆਪਣੇ ਆਪ ਨੂੰ ਐਨਾਲਾਈਜ਼ ਕਰ ਸਕੀਏ। ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਇਹ ਹਮੇਸ਼ਾ ਸਾਧ ਸੰਗਤ ਯਾਦ ਰੱਖਣਾ। ਇਹ ਤੇ ਸਾਨੂੰ ਜੀਵਨ ਇੱਕ ਚਾਂਸ ਪ੍ਰਾਪਤ ਹੋਇਆ ਹੈ ਪਰਮਾਤਮਾ ਨਾਲ ਮਿਲਣ ਦਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਕਿਤੇ ਇਹ ਵਿਅਰਥ ਨਾ ਚਲਾ ਜਾਏ। ਤੇ ਐਸਾ ਵੀ ਨਹੀਂ ਕਿ ਅਸੀਂ ਸਾਰੇ ਕੰਮ ਛੱਡ ਕੇ ਸਾਧੂ ਸੰਨਿਆਸੀ ਬਣ ਜਾਣਾ ਹੈ। ਅਸੀਂ ਕੀ ਬਣਨਾ ਚਾਹੁੰਦੇ ਹਾਂ, ਕੀ ਬਣਨਾ ਹੈ? ਸਾਧ ਸੰਗਤ, ਸਾਡੇ ਮੋਰਲ ਰੋਲ ਮਾਡਲਸ ਸਾਡੇ ਗੁਰੂ ਨੇ, ਤੇ ਗੁਰੂ ਨੇ ਹਰ ਚੀਜ਼ ਨੂੰ ਸਾਨੂੰ ਪ੍ਰਤੱਖ ਰੂਪ ਵਿੱਚ ਕਰਕੇ ਵਿਖਾਇਆ ਹੈ। ਬੱਚੇ ਵੀ ਪਾਲੇ ਨੇ, ਹਲ ਵੀ ਵਾਇਆ, ਦੂਰ ਦੁਰੇਡੇ ਗਏ, ਯਾਤਰਾ ਵੀ ਕੀਤੀਆਂ ਨੇ। ਗੁਰੂ ਨੇ ਬਣ ਕੇ ਦਿਖਾਇਆ ਹੈ ਸਿੱਖਾ ਜੀਵਨ ਕਿਵੇਂ ਬਣਾਉਣਾ ਹੈ। ਇਸ ਲਈ ਗੁਰੂ ਪਾਸੋਂ ਇਹ ਦਾਤ ਮੰਗੀਏ ਕਿ ਪਾਤਸ਼ਾਹ ਸਾਡੇ 'ਤੇ ਰਹਿਮਤ ਕਰ, ਸਾਨੂੰ ਆਪਣੇ ਵਰਗਾ ਬਣਾ ਲੈ, ਅਸੀਂ ਤੇਰੀ ਸੋਚ ਨੂੰ ਸਮਝ ਪਾਈਏ, ਤੇਰੇ ਦੱਸੇ ਹੋਏ ਅਸੂਲਾਂ ਨਾਲ ਆਪਣੇ ਜੀਵਨ ਨੂੰ ਚਲਾ ਤੇਰੇ ਦੱਸੇ ਹੋਏ ਅਸੂਲਾਂ ਨਾਲ ਆਪਣੇ ਜੀਵਨ ਨੂੰ ਚਲਾ ਸਕੀਏ ਅਤੇ ਤੇਰੇ ਵਿੱਚ ਲੀਨਤਾ ਸਾਨੂੰ ਪ੍ਰਾਪਤ ਹੋ ਜਾਵੇ। ਇਹ ਜੀਵਨ ਦਾ ਅਸਲ ਮਨੋਰਥ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਤੇਰੇ ਹੋਰ ਸਾਰੇ ਕੰਮ ਕਿਸੇ ਕੰਮ ਦੇ ਨਹੀਂ ਨੇ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਤ ਸੰਗਤ ਵਿੱਚ ਆ ਕੇ ਪਰਮੇਸ਼ਵਰ ਦੇ ਨਾਮ ਨਾਲ ਲੀਨ ਹੋ ਜਾਣਾ। ਨਹੀਂ ਤਾਂ ਇਹ ਕੀਮਤੀ ਸਮਾਂ ਲੰਘਦਾ ਜਾ ਰਿਹਾ, ਅਤੇ ਇਹ ਉਹ ਤੀਰ ਹੈ ਜੋ ਨਿਕਲ ਗਿਆ ਫਿਰ ਵਾਪਸ ਨਹੀਂ ਆਉਂਦਾ। ਅਤੇ ਸਿਆਣੇ ਆਖਦੇ ਹਨ, ਜਿਸ ਨੇ ਸਮੇਂ ਦੀ ਕਦਰ ਨਹੀਂ ਕੀਤੀ ਨਾ, ਸਮਾਂ ਉਸ ਦੀ ਕਦਰ ਨਹੀਂ ਕਰਦਾ। ਮੈਂ ਫਿਰ ਦੁਹਰਾ ਦੇਵਾਂ, ਜਿਸ ਨੇ ਸਮੇਂ ਦੀ ਕਦਰ ਨਹੀਂ ਨਾ ਕੀਤੀ, ਫਿਰ ਸਮਾਂ ਵੀ ਉਸ ਦੀ ਕਦਰ ਨਹੀਂ ਕਰਦਾ। ਪਰ ਜੇ ਅਸੀਂ ਬੱਚੇ ਦੀ ਤਰ੍ਹਾਂ ਗੁਰੂ ਦੀ ਗੱਲ ਨੂੰ ਨਾ ਸਮਝ ਪਾਏ, ਤੇ ਇਹ ਜਨਮ ਤਾਂ ਨਰਕ ਹੋਵੇਗਾ ਹੀ, ਅੱਗੇ ਫਿਰ ਕੁੰਭੀ ਨਰਕ ਹੋਰ ਤਿਆਰ ਹੈ। ਫਿਰ ਜਨਮ ਤੇ ਮਰਨ ਦੇ ਗੈੜ ਵਿੱਚ ਪੈ ਜਾਣਾ। ਇਸ ਲਈ ਆਓ ਗੁਰੂ ਪਾਤਸ਼ਾਹ ਜੀ ਦੀ ਇਹਨਾਂ ਪੰਕਤੀਆਂ ਨੂੰ ਧਿਆਨ ਨਾਲ ਸਮਝ ਜਾਈਏ। ਕਿਤੇ ਐਸਾ ਨਾ ਹੋਵੇ ਸਾਡਾ ਸਾਰਾ ਜੀਵਨ ਸੁੱਤਿਆਂ ਹੀ ਲੰਘ ਜਾਵੇ। ਆਪ ਬਖਸ਼ਿਸ਼ ਕਰਦੇ ਹਨ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ। ਪਰਮਾਤਮਾ ਨੂੰ ਭੁਲਾ ਕੇ ਤੈਨੂੰ ਨੀਂਦ ਕਿਸ ਤਰ੍ਹਾਂ ਆ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਿਤਾ ਪਰਮਾਤਮਾ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ। ਧੰਨ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਕੀ ਬਖਸ਼ਿਸ਼ ਕਰ ਰਹੇ ਹਨ ਕਿ ਕੋਟ ਕੋਟੀ ਮੇਰੀ ਆਰਜਾ, ਜੇਕਰ ਮੇਰੀ ਉਮਰ ਕਰੋੜਾਂ ਸਾਲਾਂ ਦੀ ਹੋ ਜਾਵੇ, ਪਵਨ ਪੀਣ ਅਪਿਆਓ, ਤੇ ਮੈਂ ਕੁਝ ਵੀ ਨਾ ਖਾਵਾਂ, ਕੁਝ ਵੀ ਨਾ ਛਕਾਂ, ਭਾਵ ਕਿ ਮੇਰਾ ਖਾਣਾ ਪੀਣਾ ਹਵਾ ਹੋਵੇ। ਮੈਂ ਗੁਫਾ ਵਿੱਚ ਜਾ ਕੇ ਇਤਨੀ ਤਪੱਸਿਆ ਕਰਾਂ, ਇਤਨੀ ਬੰਦਗੀ ਕਰਾਂ ਕਿ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਓ। ਅਸੀਂ ਤਾਂ ਰਾਤ ਹੁੰਦੀ ਹੈ ਅਤੇ ਸੋ ਜਾਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਨੇ,
ਕਦੀ ਸੁਪਨੇ ਵਿੱਚ ਵੀ ਮੈਂ ਸੋ ਨਾ ਜਾਵਾਂ। ਆਪ ਨਾਰਾਇਣ ਕਲਾਤਾਰ ਪਰਮੇਸ਼ਵਰ ਰੂਪ ਗੁਰੂ ਨਾਨਕ ਸਤਿਗੁਰ ਸੱਚੇ ਪਾਤਸ਼ਾਹ ਇਹ ਸ਼ਬਦ ਉਚਾਰ ਕੇ ਸਾਨੂੰ ਕਲਯੁਗੀ ਜੀਵਾਂ ਨੂੰ ਮੱਤ ਦੇ ਰਹੇ ਹਨ ਕਿ ਜੇ ਕੋਈ ਇਤਨੀ ਬੰਦਗੀ, ਇਤਨੀ ਤਪੱਸਿਆ ਕਰੇ ਤਾਂ ਵੀ ਤੇਰੀ ਕੀਮਤ ਨਾ ਪਵੇ। ਪਾਤਸ਼ਾਹ ਨੇ ਜੋ ਇਹ ਕੀਮਤ ਸ਼ਬਦ ਯੂਜ਼ ਕੀਤਾ ਹੈ ਬੜੇ ਕਮਾਲ ਦਾ ਹੈ। ਸਾਧ ਸੰਗਤ, ਗੁਰੂ ਪਾਤਸ਼ਾਹ ਦਾ ਇੱਕ ਇੱਕ ਸ਼ਬਦ ਬੜੇ ਕਮਾਲ ਦਾ ਹੈ, ਪਰ ਜਦੋਂ ਸਾਡੀ ਸੁਰਤ ਜਾਗਦੀ ਹੈ, ਜਦੋਂ ਸਾਨੂੰ ਪਤਾ ਲੱਗਦਾ ਇਹਨਾਂ ਗੱਲਾਂ ਦਾ, ਫਿਰ ਮਨ 'ਚੋਂ ਆਪਣੇ ਆਪ ਇੱਕ ਗੂੰਜ ਨਿਕਲਦੀ ਹੈ, ਧੰਨ ਨਿਰੰਕਾਰ, ਧੰਨ ਗੁਰੂ ਨਾਨਕ ਪਾਤਸ਼ਾਹ, ਤੂੰ ਕਮਾਲ ਹੈ। ਪਾਤਸ਼ਾਹ ਕਹਿੰਦੇ ਨੇ ਹਰ ਕਿਸੇ ਦੀ ਕੋਈ ਨਾ ਕੋਈ ਕੀਮਤ ਹੈ, ਖਰੀਦਿਆ ਜਾ ਸਕਦਾ ਹੈ, ਪਰ ਉਸ ਨਿਰੰਕਾਰ ਦੀ ਕੋਈ ਕੀਮਤ ਨਹੀਂ ਹੈ। ਉਸ ਦੇ ਗਿਆਨ ਦੀ ਕੋਈ ਕੀਮਤ ਨਹੀਂ ਦੇ ਸਕਦਾ, ਉਸ ਦੇ ਸ਼ਬਦ ਦੀ ਕਦੀ ਕੋਈ ਕੀਮਤ ਨਹੀਂ ਦੇ ਸਕਦਾ। ਤਾਈਓ ਆਪ ਜੀ ਨੇ ਵੇਖਿਆ ਹੋਣਾ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀ, ਕੀਰਤਨ ਦੀ ਸੇਵਾ ਜਦੋਂ ਦਿੱਤੀ ਜਾਂਦੀ ਹੈ, ਤੇ ਇਹ ਨਹੀਂ ਪੁੱਛਿਆ ਜਾਂਦਾ ਕਿਤਨੇ ਚਾਰਜਿਸ ਦੇਣੇ ਨੇ, ਇਹ ਪੁੱਛਿਆ ਜਾਂਦਾ ਹੈ ਭੇਟਾ ਕਿੰਨੀ ਦੇਣੀ ਹੈ। ਭੇਟਾ ਤੋਂ ਕੀ ਭਾਵ ਹੈ? ਭੇਟਾ ਤੋਂ ਇਹ ਹੀ ਭਾਵ ਹੈ ਸਾਧ ਸੰਗਤ ਕਿ ਉਸ ਦੀ ਕੀਮਤ ਕੋਈ ਦੇ ਹੀ ਨਹੀਂ ਸਕਦਾ। ਤੇ ਆਪ ਜੀ ਨੂੰ ਕੀ ਭੇਟਾ ਕਰੀਏ, ਕੀ ਭੇਟਾ ਦੇਣੀ ਹੈ, ਜਾਂ ਕੀ ਭੇਟਾ ਦੇ ਸਕਦੇ ਹਾਂ? ਸੋ ਉਸ ਨਿਰੰਕਾਰ ਦੀ ਕੋਈ ਕੀਮਤ ਦੇ ਹੀ ਨਹੀਂ ਸਕਦਾ, ਉਸ ਦਾ ਅੰਤ ਕੋਈ ਪਾ ਹੀ ਨਹੀਂ ਸਕਦਾ। ਕੋਈ ਆਖਦਾ 7 ਆਕਾਸ਼ ਨੇ, ਕੋਈ ਆਖਦਾ 7 ਪਾਤਾਲ ਨੇ। ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ। ਪਾਤਾਲਾਂ ਦੇ ਥੱਲੇ ਹੋਰ ਲੱਖਾਂ ਹੀ ਪਾਤਾਲ ਨੇ, ਆਕਾਸ਼ ਦੇ ਉੱਤੇ ਲੱਖਾਂ ਹੀ ਆਕਾਸ਼ ਨੇ। ਓੜਕ ਓੜਕ ਪਾਲ ਥਕੇ, ਵੇਦ ਕਹਿਨ ਇੱਕ ਬਾਤ। ਗੁਰੂ ਨਾਨਕ ਪਾਤਸ਼ਾਹ ਆਖ ਰਹੇ ਹਨ ਕਿ ਸਾਰੇ ਵੇਦ ਇੱਕ ਜ਼ਬਾਨ ਹੋ ਕੇ ਆਖ ਰਹੇ ਹਨ ਕਿ ਓੜਕ ਓੜਕ ਪਾਲ ਥਕੇ। ਵੱਡੇ ਵੱਡੇ ਰਿਸ਼ੀ ਮੁਨੀ ਤਪੀਸਰ ਅੰਤ ਤੱਕ ਉਸ ਨੂੰ ਲੱਭ ਲੱਭ ਕੇ ਥੱਕ ਚੁੱਕੇ ਹਨ, ਪਰ ਉਸ ਦਾ ਅੰਤ ਕੋਈ ਨਹੀਂ ਪਾ ਸਕਿਆ, ਕਦੀ ਕੋਈ ਨਹੀਂ ਪਾ ਸਕਿਆ। ਤਾਂ ਹੀ ਉਹ ਆਪ ਬਖਸ਼ਿਸ਼ ਕਰਦੇ ਨੇ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ। ਉਹ ਪਰਮਾਤਮਾ, ਉਸ ਦੇ ਬਾਰੇ ਸਭ ਦੇ ਐਸਟੀਮੇਟ ਨੇ, ਐਕੂਰੇਟ ਕਿਸੇ ਨੂੰ ਨਹੀਂ ਪਤਾ ਹੈ। ਕਿਸੇ ਨੂੰ ਨਹੀਂ ਪਤਾ ਹੈ ਉਸ ਪਰਮਾਤਮਾ ਦਾ ਜਨਮ ਕਦੋਂ ਹੋਇਆ, ਕਿਹੜੀ ਤਾਰੀਖ ਸੀ, ਕਿਹੜਾ ਦਿਨ ਸੀ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ। ਕਿਸੇ ਨੂੰ ਨਹੀਂ ਪਤਾ ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ, ਕਿਉਂਕਿ ਆਪ ਹੀ ਨੇ ਆਪ ਸਾਜਿਓ। ਆਪਣੇ ਆਪ ਹੀ ਉਸਨੇ ਆਪਣੇ ਆਪ ਨੂੰ ਬਣਾਇਆ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ। ਸੋ ਉਹ ਪਰਮਾਤਮਾ ਬੇਅੰਤ ਹੈ, ਉਸ ਦਾ ਅੰਤ ਕੋਈ ਨਹੀਂ ਪਾ ਸਕਿਆ। ਓੜਕ ਓੜਕ ਪਾਲ ਥਕੇ, ਵੇਦ ਕਹਿਨ ਇੱਕ ਬਾਤ। ਸਹਿਸ 18 ਕਹਿਨ ਕਤੇਬਾ ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹਨ ਕਿ ਉਹ ਆਪ ਹੀ ਆਪਣੇ ਨੂੰ ਜਣਾ ਸਕਦਾ ਹੈ, ਕਿਉਂਕਿ ਆਪਣੀ ਮਿਸਾਲ ਉਹ ਆਪ ਹੈ।
ਉਸਦੇ ਵਰਗਾ ਦੂਸਰਾ ਹੋਰ ਕੋਈ ਨਹੀਂ। ਤੇ ਉਸ ਪਰਮਾਤਮਾ ਦਾ ਸਿਮਰਨ ਕਰਨ ਨਾਲ, ਉਸਦਾ ਨਾਮ ਜਪਣ ਵਾਲੇ ਉਸ ਨੂੰ ਜਪ ਜਪ ਕੇ ਉਸ ਵਿੱਚ ਲੀਨ ਹੋ ਗਏ, ਪਰ ਅੰਤ ਨਹੀਂ ਪਾ ਸਕਿਆ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਤੇਰੀ ਉਸਤਤ ਕਰਨ ਵਾਲੇ ਤੇਰੇ ਵਿੱਚ ਸਮਾ ਗਏ। ਪਰ ਕੋਈ ਆਖੇ ਕਿ ਮੈਂ ਕਾਦਰ ਦੀ ਕੁਦਰਤ ਨੂੰ ਜਾਣ ਗਿਆ ਹਾਂ, ਤਾਂ ਉਹ ਮੂਰਖ ਹੈ, ਉਹ ਅਹੰਕਾਰੀ ਹੈ, ਕਿਉਂਕਿ ਉਹ ਤਾਂ ਅਨੰਤ ਹੈ, ਅਪਾਰ ਹੈ। ਉਸ ਪਰਵਰਦਿਗਾਰ ਦੇ ਬਾਰੇ ਬੋਲਣਾ, ਉਸ ਨਿਰੰਕਾਰ ਦੀ ਵਿਆਖਿਆ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਵੀ ਹੈ। ਪਰ ਗੁਰੂ ਪਾਤਸ਼ਾਹ ਦੀ ਰਹਿਮਤ ਨਾਲ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ, ਗੁਰੂ ਪਾਤਸ਼ਾਹ ਦੀ ਬਾਣੀ ਵਿੱਚੋਂ ਆਪਣੀ ਮੱਤ ਅਨੁਸਾਰ ਜਿਤਨਾ ਕੁ ਸਮਝ ਪਾਏ ਹਾਂ, ਉਹ ਇਹ ਹੈ ਕਿ ਪਰਮਾਤਮਾ ਮਨੁੱਖ ਦੀ ਸਮਝ ਤੋਂ ਪਰੇ ਹੈ। ਹਰ ਕੋਈ ਆਪਣੀ ਮੱਤ ਅਨੁਸਾਰ ਉਸ ਦਾ ਵਰਣਨ ਕਰ ਰਿਹਾ ਹੈ। ਜਿਸ ਦੀ ਪਹੁੰਚ ਹੈ ਉਤਨਾ ਵਰਣਨ ਕਰ ਰਿਹਾ ਹੈ, ਪਰ ਉਸ ਦੀ ਵਿਆਖਿਆ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਪਿੰਨ ਪਿੰਨ ਤੁਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ। ਕਹਿੰਦੇ ਨੇ ਆਪ ਆਪਣੀ ਬੁੱਧ ਹੈ ਜੇਤੀ, ਜਿਸ ਦਾ ਜਿਤਨਾ ਦਿਮਾਗ ਹੈ, ਜਿਸ ਦੀ ਜਿਤਨੀ ਬੁੱਧ ਹੈ, ਉਸਨੇ ਉਤਨੀ ਕੁ ਗੱਲ ਕਰ ਦਿੱਤੀ ਹੈ। ਪਰ ਤੁਮਰਾ ਲਖਾ ਨਾ ਜਾਏ ਪਸਾਰਾ, ਉਸ ਦਾ ਪਸਾਰਾ ਲਖਿਆ ਜਾ ਹੀ ਨਹੀਂ ਸਕਦਾ, ਅੰਤ ਕੋਈ ਪਾ ਹੀ ਨਹੀਂ ਸਕਦਾ, ਉਸ ਦੀ ਲੀਲਾ ਲਿਖੀ ਨਹੀਂ ਜਾ ਸਕਦੀ। ਤੇ ਧਿਆਨ ਦੇਣਾ ਸਾਧ ਸੰਗਤ ਜੀ, ਉਸ ਨੂੰ ਸਮਝਿਆ ਨਹੀਂ ਜਾ ਸਕਦਾ, ਉਸ ਨੂੰ ਸਮਝਿਆ ਨਹੀਂ ਜਾ ਸਕਦਾ ਜਿਸ ਨੂੰ ਸਮਝਣ ਲਈ ਸਮਝ ਵੀ ਉਸਨੇ ਆਪ ਦਿੱਤੀ ਹੋਵੇ। ਮੈਂ ਫਿਰ ਦੁਹਰਾ ਦੇਵਾਂ, ਉਸ ਨੂੰ ਸਮਝਿਆ ਨਹੀਂ ਜਾ ਸਕਦਾ ਜਿਸ ਨੂੰ ਸਮਝਣ ਲਈ ਸਮਝ ਵੀ ਉਸਨੇ ਆਪ ਦਿੱਤੀ ਹੋਵੇ। ਉਸ ਦੀ ਰਹਿਮਤ ਨਾਲ ਉਸ ਨੂੰ ਪਾਇਆ ਜਾ ਸਕਦਾ ਹੈ, ਉਸ ਦੀ ਬਖਸ਼ਿਸ਼ ਨਾਲ ਉਸ ਨੂੰ ਪਾਇਆ ਜਾ ਸਕਦਾ ਹੈ, ਆਪਣੀ ਸਿਆਣਪ ਨਾਲ ਉਸ ਨੂੰ ਕਦੀ ਵੀ ਨਹੀਂ ਪਾਇਆ ਜਾ ਸਕਦਾ। ਉਚਾਰਨ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਉਸ ਨੂੰ ਜਾਣਿਆ ਨਹੀਂ ਜਾ ਸਕਦਾ, ਤੇ ਉਸ ਨੂੰ ਕੇਵਲ ਉਹੀ ਜਾਣ ਸਕਦਾ ਹੈ ਜਿਸ ਨੂੰ ਉਹ ਆਪ ਜਣਾਣਾ ਚਾਹਵੇ। ਆਪ ਜਣਾਵੇ ਸੋਈ ਜਣ ਜਾਣੈ। ਪਰ ਕਿਸੇ ਨੂੰ ਇਹ ਭੁਲੇਖਾ ਪੈ ਜਾਵੇ ਕਿ ਮੈਨੂੰ ਬੜਾ ਗਿਆਨ ਹੈ, ਬੜੇ ਗ੍ਰੰਥ ਯਾਦ ਨੇ, ਬਈ ਮੈਂ ਤੇ ਬੜੀ ਬਾਣੀ ਕੰਠ ਕੀਤੀ ਹੈ, ਬੜੇ ਸ਼ਬਦ ਯਾਦ ਨੇ। ਤੇ ਜੇ ਗਰੀਬ ਨੂੰ ਵੇਖ ਕੇ, ਕਿਸੇ ਅਪਾਹਿਜ ਨੂੰ ਵੇਖ ਕੇ ਜੋ ਕਮਾ ਨਹੀਂ ਹੋ ਸਕਦਾ, ਮਨ ਵਿੱਚ ਦਇਆ ਨਹੀਂ ਆਈ, ਭਾਵਨਾ ਨਹੀਂ ਉਤਪੰਨ ਹੋਈ ਕਿ ਮੈਂ ਇੱਕ ਰੋਟੀ ਦਾ ਟੁਕੜਾ ਇਸ ਦੇ ਮੁਖ ਵਿੱਚ ਵੀ ਪਾ ਦੇਵਾਂ। ਸਾਧ ਸੰਗਤ, ਜੇ ਸਮਰੱਥਾ ਨਹੀਂ, ਮਨੁੱਖ ਦੇ ਨਹੀਂ ਸਕਦਾ ਕਿਸੇ ਨੂੰ, ਗੱਲ ਹੋਰ ਹੈ, ਕੋਈ ਗੱਲ ਨਹੀਂ। ਪਰ ਜੇ ਭਾਵਨਾ ਨਹੀਂ ਉਤਪੰਨ ਹੁੰਦੀ ਤੇ ਐਸੇ ਗਿਆਨ ਦਾ ਕੀ ਲਾਭ? ਬਹੁਤ ਗਿਆਨ ਹੈ, ਪਰ ਐਸੇ ਗਿਆਨ ਦਾ ਸਾਨੂੰ ਕੀ ਲਾਭ? ਰੋਜ਼ ਨਿਤਾ ਪ੍ਰਤੀ ਪੜ੍ਹੇ ਜਾ ਰਹੇ ਹਾਂ, ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਪ੍ਰਿਆ। ਇਹ ਜੀਵਨ ਗੋਬਿੰਦ ਨਾਲ ਮਿਲਣ ਵਾਸਤੇ ਪ੍ਰਾਪਤ ਹੋਇਆ, ਤੇ ਮਨ ਕੁਕਰਮ ਕਰਨ ਵਿੱਚ ਰੁੱਝਿਆ ਹੀ ਹੋਇਆ, ਫਿਰ ਗਿਆਨ ਨਾ ਹੋਇਆ। ਕੇਵਲ ਬੋਲ ਰਹੇ ਹਾਂ, ਕੇਵਲ ਪੜ੍ਹ ਰਹੇ ਹਾਂ, ਕੇਵਲ ਰੱਟ ਰਹੇ ਹਾਂ। ਬੜੇ ਬੜੇ ਗਿਆਨੀ ਹੋਏ ਹਨ ਇਤਿਹਾਸ ਵਿੱਚ। ਨਾਮ ਆਉਂਦਾ ਰਾਵਣ ਦਾ, ਬੜਾ ਗਿਆਨ, ਬੜੇ ਵੇਦ ਰੱਟੇ ਹੋਏ ਨੇ, ਬਹੁਤ ਗਿਆਨੀ ਇਤਿਹਾਸ ਵਿੱਚ ਆਉਂਦਾ।
ਰਾਵਣ ਬਹੁਤ ਗਿਆਨ ਵਾਲਾ ਪੁਰਸ਼ ਸੀ, ਬਹੁਤ ਗਿਆਨ, ਪਰ ਐਸੇ ਗਿਆਨ ਦਾ ਕੀ ਲਾਭ? ਐਸਾ ਗਿਆਨ ਜੋ ਪ੍ਰੇਮ ਦੀ ਜਗ੍ਹਾ ਅਹੰਕਾਰ ਪੈਦਾ ਕਰ ਦੇਵੇ, ਐਸੇ ਗਿਆਨ ਤੋਂ ਗਿਆਨ ਦਾ ਨਾ ਹੋਣਾ ਜ਼ਿਆਦਾ ਚੰਗਾ ਹੈ। ਐਸਾ ਗਿਆਨ ਜੋ ਪ੍ਰੇਮ ਤੋਂ ਅਹੰਕਾਰ ਪੈਦਾ ਕਰ ਦੇਵੇ, ਜਿੱਥੇ ਪ੍ਰੇਮ ਪੈਦਾ ਹੋਣਾ ਚਾਹੀਦਾ ਸੀ ਗਿਆਨ ਨਾਲ, ਉੱਥੇ ਪ੍ਰੇਮ ਦੀ ਜਗ੍ਹਾ ਅਹੰਕਾਰ ਮਨੁੱਖ ਨੂੰ ਆ ਗਿਆ ਵੀ ਮੈਨੂੰ ਬਹੁਤ ਗਿਆਨ ਹੈ, ਮੈਂ ਬਹੁਤ ਕੁਝ ਜਾਣਦਾ। ਐਸੇ ਗਿਆਨ ਨਾਲੋਂ ਗਿਆਨ ਦਾ ਨਾ ਹੋਣਾ ਜ਼ਿਆਦਾ ਚੰਗਾ ਹੈ। ਲਾਭ ਤੇ ਤਾਂ ਹੈ ਜੇ ਗਿਆਨ ਤੋਂ ਪ੍ਰੇਮ ਪੈਦਾ ਹੋਵੇ, ਲਾਭ ਤੇ ਤਾਂ ਹੈ ਜੇ ਗਿਆਨ ਤੋਂ ਭਰੋਸਾ ਪੈਦਾ ਹੋਵੇ, ਇੱਕ ਐਸਾ ਵਿਸ਼ਵਾਸ ਕਾਇਮ ਹੋ ਜਾਵੇ ਕਿ ਭਾਵੇਂ ਅਸੀਂ ਉਸ ਨੂੰ ਵੇਖ ਨਹੀਂ ਸਕਦੇ, ਭਾਵੇਂ ਅਸੀਂ ਉਸ ਨੂੰ ਸਮਝ ਨਹੀਂ ਪਾ ਰਹੇ, ਪਰ ਉਹ ਸਾਡੇ ਰੋਮ ਰੋਮ ਵਿੱਚ ਸਮਾਇਆ ਹੋਇਆ ਹੈ। ਉਹੀਓ ਰਾਮ ਹੈ, ਉਹੀਓ ਅੱਲਾ ਹੈ, ਉਹੀਓ ਜੀਸਸ ਹੈ, ਉਹੀਓ ਨਿਰੰਕਾਰ ਸਤਿਗੁਰ ਸੱਚਾ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਹੈ। ਗੁਰੂ ਨਾਨਕ ਨੇ ਤਾਂ ਗਿਆਨ, ਗੁਰੂ ਨਾਨਕ ਪਾਤਸ਼ਾਹ ਨੇ ਤੇਰਾ ਗਿਆਨ ਨਹੀਂ ਵੇਖਣਾ, ਤੇਰਾ ਪਰਮਾਤਮਾ ਨਾਲ ਪਿਆਰ ਕਿੰਨਾ ਇਹ ਵੇਖਣਾ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਤੇਰਾ ਸਿਦਕ ਵੇਖਣਾ, ਤੇਰੀ ਭਾਵਨਾ ਦੇਖਣੀ, ਤੇ ਭਾਵਨਾ ਨਾਲ ਕੌਡੀ ਵੀ ਅਗਰ ਕਿਸੇ ਨੇ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੀ ਹੈ ਤੇ ਗੁਰੂ ਨੇ ਉਸ ਦੇ ਖਜ਼ਾਨਿਆਂ ਵਿੱਚ ਕਦੀ ਕਮੀ ਨਹੀਂ ਆਣ ਦਿੱਤੀ। ਕਿਣਕਾ ਵੀ ਅਗਰ ਕਿਸੇ ਨੇ ਗੁਰੂ ਨੂੰ ਦੇ ਦਿੱਤਾ ਹੈ ਭਾਵਨਾ ਨਾਲ, ਸਾਧ ਸੰਗਤ, ਉਸ ਕਿਣਕੇ ਨੂੰ ਭਾਗ ਲੱਗ ਜਾਂਦੇ ਨੇ, ਕਦੀ ਵੀ ਉਸ ਦੇ ਖਜ਼ਾਨਿਆਂ ਵਿੱਚ ਕਮੀ ਨਹੀਂ ਆਉਂਦੀ। ਫਿਰ ਪਾਵਨੀ ਭਗਤ ਪਾਏ ਕੋਡੀ ਅਗਰ ਭਾਗ ਰੱਖੈ, ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਹਰ ਕੋਈ ਆਪਣੀ ਮਤ ਅਨੁਸਾਰ ਪਰਮਾਤਮਾ ਦੇ ਬਾਰੇ ਸਮਝਾਉਂਦਾ ਜਾ ਰਿਹਾ, ਤੇ ਅਸੀਂ ਆਪਣੀ ਮਤ ਅਨੁਸਾਰ ਸਮਝਦੇ ਜਾ ਰਹੇ ਹਾਂ। ਉਹ ਆਪਣੀ ਮਤ ਅਨੁਸਾਰ ਸਮਝਾ ਰਿਹਾ ਹੈ, ਅਸੀਂ ਆਪਣੀ ਮਤ ਅਨੁਸਾਰ ਸਮਝ ਰਹੇ ਹਾਂ। ਪਰ ਪਰਮਾਤਮਾ ਦੀ ਦਿੱਤੀ ਸਮਝ ਵੀ ਪਰਮਾਤਮਾ ਦੀ ਤਰ੍ਹਾਂ ਅਥਾਹ ਹੈ, ਅਪਾਰ ਹੈ, ਅਨਲਿਮਿਟਿਡ ਹੈ। ਜਿਸ ਤਰ੍ਹਾਂ ਸੋਚ ਦੀ ਗਹਿਰਾਈ ਵੱਧਦੀ ਜਾਂਦੀ ਹੈ, ਜਿਸ ਤਰ੍ਹਾਂ ਗਿਆਨ ਵੱਧਦਾ ਜਾਂਦਾ ਹੈ, ਸਾਨੂੰ ਵੀ ਆਭਾਸ ਹੁੰਦਾ ਜਾਂਦਾ ਹੈ ਕਿ ਅਸੀਂ ਕਿਤਨੇ ਅਗਿਆਨੀ ਸਾਂ। ਹਾਲੇ ਤਾਂ ਅਸੀਂ ਕੁਝ ਵੀ ਨਹੀਂ ਜਾਣਦੇ, ਤੇ ਇਹ ਸੱਚ ਹੈ। ਉਸ ਨਿਰੰਕਾਰ ਦੇ ਇੱਕ ਗੁਣ ਦੀ ਵਿਆਖਿਆ ਲਈ ਸ਼ਬਦਾਂ ਦੀ ਘਾਟ ਪੈ ਜਾਂਦੀ। ਹਾਲੇ ਅਸੀਂ ਕੁਝ ਵੀ ਨਹੀਂ ਜਾਣਦੇ। ਮਸਕੀਨ ਸਾਹਿਬ ਅਕਸਰ ਇੱਕ ਗੱਲ ਕਿਹਾ ਕਰਦੇ ਸਨ, ਆਪ ਜੀ ਨੇ ਟੀਵੀ 'ਤੇ ਵੀ ਸੁਣਦੇ ਹਾਂ ਮਸਕੀਨ ਜੀ ਨੂੰ ਇਹ ਗੱਲ ਜ਼ਰੂਰ ਸਰਵਣ ਕੀਤੀ ਹੋਵੇਗੀ। ਮਸਕੀਨ ਸਾਹਿਬ ਕਹਿੰਦੇ ਸਨ, ਅਨੇਕਾਂ ਟੀਕਾਕਾਰਾਂ ਨੇ ਜਪਜੀ ਸਾਹਿਬ ਜੀ ਦਾ ਟੀਕਾ ਕੀਤਾ, ਮੈਂ ਵੀ ਕੀਤਾ। ਮਸਕੀਨ ਜੀ ਕਹਿੰਦੇ ਨੇ, ਕਹਿੰਦੇ ਅਨੇਕਾਂ ਟੀਕਾਕਾਰਾਂ ਨੇ ਜਪਜੀ ਸਾਹਿਬ ਜੀ ਦਾ ਟੀਕਾ ਕੀਤਾ, ਮੈਂ ਵੀ ਕੀਤਾ। ਟੀਕਾ ਕਰਦਿਆਂ ਕਰਦਿਆਂ ਬਹੁਤ ਸਾਲ ਲੱਗ ਗਏ, ਬਹੁਤ ਸਮਾਂ ਬੀਤ ਗਿਆ, ਤੇ ਜਦੋਂ ਪਿੱਛੇ ਮੁੜ ਕੇ ਮੈਂ ਵੇਖਿਆ ਕਿ ਜੋ ਮੈਂ ਪਹਿਲੇ ਟੀਕਾ ਕੀਤਾ ਸੀ, ਜੋ ਮੇਰੀ ਪਹਿਲੀ ਸੋਚ ਸੀ, ਪਹਿਲੇ ਜੋ ਵਿਚਾਰ ਸੀ, ਉਹ ਹੁਣ ਦੇ ਵਿਚਾਰਾਂ ਨਾਲ ਮੈਚ ਨਹੀਂ ਕਰਦੇ। ਐਵੇਂ ਲੱਗਦਾ ਇਹ ਗੱਲ ਜ਼ਿਆਦਾ ਠੀਕ ਹੈ। ਕਿਉਂ? ਕਿਉਂਕਿ ਸੋਚ ਦੀ ਗਹਿਰਾਈ ਵੱਧਦੀ ਜਾ ਰਹੀ ਹੈ, ਤੇ ਜਿਤਨੀ ਗਹਿਰਾਈ ਵਿੱਚ ਅਸੀਂ, ਡੂੰਘਿਆਈ ਵਿੱਚ ਅਸੀਂ ਜਾ ਰਹੇ ਹਾਂ, ਉਤਨੇ ਅਨਮੋਲ ਰਤਨ ਕੱਢ ਕੇ ਲਿਆ ਰਹੇ ਹਾਂ। ਮਸਕੀਨ ਜੀ ਕਹਿੰਦੇ ਸਨ, ਜਿਹੜੇ ਕੱਪੜੇ ਮੈਨੂੰ ਪਹਿਲਾਂ ਆਉਂਦੇ ਸਨ, ਉਹ ਹੁਣ ਮੈਨੂੰ ਪੂਰੇ ਨਹੀਂ ਆਉਂਦੇ। ਤੋ ਗੁਰੂ ਦਾ ਗਿਆਨ ਅਥਾਹ ਹੈ। ਜਿਤਨੀ ਡੂੰਘਿਆਈ ਵਿੱਚ ਅਸੀਂ ਜਾਂਦੇ ਹਾਂ, ਉਤਨੇ ਅਨਮੋਲ ਰਤਨ ਕੱਢ ਕੇ ਲੈ ਕੇ ਆਉਂਦੇ ਹਾਂ। ਉਸ ਨਿਰੰਕਾਰ ਦੇ
ਗੁਣਾਂ ਦੀ ਵਿਆਖਿਆ ਲਈ ਸ਼ਬਦਾਂ ਦੀ ਘਾਟ ਪੈ ਜਾਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਪਰਮਾਤਮਾ ਦੀ ਉਸਤਤ ਵਿੱਚ ਬੜਾ ਸੁੰਦਰ ਬਿਆਨ ਕਰਦੇ ਹਨ। ਕਹਿੰਦੇ ਨੇ, ਓੜਕ ਓੜਕ ਭਾਲ ਨਾ ਓੜਕ ਪਾਇਆ, ਓੜਕ ਭਾਲਣ ਗਏ ਸੇ ਫੇਰ ਨਾ ਆਇਆ। ਬੜੀ ਸਿਆਣਪ ਤੇ ਚਤੁਰਾਈਆਂ ਨਾਲ ਉਸ ਅਥਾਹ ਪਰਮੇਸ਼ਵਰ ਦੇ ਅੰਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਅੰਤ ਤੱਕ ਅੰਤ ਨਹੀਂ ਪਾ ਸਕਿਆ। ਅੰਤ ਤੱਕ ਅੰਤ ਨਹੀਂ ਪਾਇਆ ਗਿਆ। ਤੇ ਜਿਹੜੇ ਵੀ ਅੰਤ ਲੱਭਣ ਲੱਗੇ ਉਹਨਾਂ ਦਾ ਆਪਣਾ ਅੰਤ ਹੋ ਗਿਆ, ਪਰ ਅੰਤ ਨਹੀਂ ਪਾ ਸਕੇ। ਓੜਕ ਲੱਖ ਕਰੋੜ ਪਰਮ ਭੁਲਾਇਆ। ਲੱਖਾਂ ਕਰੋੜਾਂ ਉਸ ਪਰਮਾਤਮਾ ਦਾ ਅੰਤ ਪਾਉਂਦਿਆਂ ਭਰਮਾਂ ਵਿੱਚ ਪੈ ਗਏ। ਆਦ ਵੱਡਾ ਵਿਸਮਾਦ ਨਾ ਅੰਤ ਸੁਣਾਇਆ। ਜਿਸ ਪ੍ਰਭੂ ਦਾ ਆਦ, ਜਿਸ ਪ੍ਰਭੂ ਦੀ ਸ਼ੁਰੂਆਤ ਇਤਨੀ ਆਸ਼ਚਰਜ ਹੈ, ਜਿਸ ਦਾ ਆਰੰਭ ਕਿਸੇ ਨੂੰ ਪਤਾ ਨਹੀਂ, ਉਸ ਦਾ ਅੰਤ ਕੌਣ ਪਾ ਸਕਦਾ ਹੈ? ਕੌਣ ਪਾ ਸਕਦਾ ਹੈ? ਆਈਏ ਜੀ। ਹਾਥ ਨਾ ਪਾਰਾਵਾਰ ਲਹਿਰੀ ਛਾਇਆ, ਇੱਕ ਕਵਾਓ ਪਸਾਓ ਨਾ ਅਲਖ ਲਖਾਇਆ। ਸਮੁੰਦਰੀ ਲਹਿਰਾਂ ਦੀ ਤਰ੍ਹਾਂ ਉਸਦਾ ਵੀ ਕੋਈ ਅੰਤ ਨਹੀਂ। ਇੱਕ ਵਾਕ ਨਾਲ ਇਤਨਾ ਵੱਡਾ ਪਸਾਰਾ ਕਰਨ ਵਾਲੇ ਪ੍ਰਭੂ ਨੇ ਆਪਣੇ ਭੇਦ ਨੂੰ ਰੱਤਾ ਭਰ ਵੀ ਕਿਸੇ ਨੂੰ ਜਣਾਇਆ ਨਹੀਂ, ਲਖਾਇਆ ਨਹੀਂ। ਕਾਦਰ ਨੋ ਕੁਰਬਾਨ ਕੁਦਰਤ ਮਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਹਨ, ਮੈਂ ਉਸ ਕੁਦਰਤ ਦੇ ਰਚਨਹਾਰ ਤੋਂ ਬਲਹਾਰ ਜਾਂਦਾ ਹਾਂ, ਜਿਸ ਦੀ ਸ਼ਕਤੀ ਕੁਦਰਤ ਦੇ ਪਸਾਰੇ ਵਿੱਚ ਵਰਤ ਰਹੀ ਹੈ। ਤੇ ਅੰਤਿਮ ਪੰਕਤੀਆਂ ਵਿੱਚ ਆਪ ਬਖਸ਼ਿਸ਼ ਕਰ ਰਹੇ ਹਨ, ਕਾਦਰ ਨੋ ਕੁਰਬਾਨ ਕੁਦਰਤ ਮਾਇਆ। ਆਪੇ ਜਾਣੇ ਆਪ ਗੁਰ ਸਮਝਾਇਆ। ਗੁਰੂ ਨੇ ਸਾਨੂੰ ਇਹ ਬਾਤ ਸਮਝਾ ਦਿੱਤੀ ਹੈ, ਸਾਨੂੰ ਇਹ ਗੱਲ ਸਮਝਾ ਦਿੱਤੀ ਹੈ। ਕਿਹੜੀ ਗੱਲ ਸਮਝਾ ਦਿੱਤੀ ਹੈ? ਕਿ ਅਸੀਂ ਪਰਮਾਤਮਾ ਦਾ ਅੰਤ ਨਹੀਂ ਪਾਣਾ, ਭਰਮਾਂ ਤੋਂ ਹਟਾ ਦਿੱਤਾ ਹੈ। ਅਸੀਂ ਪਰਮਾਤਮਾ ਦਾ ਅੰਤ ਨਹੀਂ ਪਾਣਾ, ਪਰਮੇਸ਼ਵਰ ਨਾਲ ਪ੍ਰੀਤ ਪਾਣੀ ਹੈ, ਕਿਉਂਕਿ ਉਹ ਆਪ ਹੀ ਆਪਣੇ ਆਪ ਨੂੰ ਜਣਾ ਸਕਦਾ ਹੈ। ਤੇ ਜਦੋਂ ਪਰਮੇਸ਼ਵਰ ਦੀ ਬਣਾਈ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਪਾ ਸਕਿਆ, ਉਸ ਦਾ ਅੰਤ ਕੌਣ ਪਾਵੇਗਾ? ਤੇ ਸਾਧ ਸੰਗਤ ਜੀ, ਸੱਚ ਹੈ। ਆ ਵੇਖੋ, ਲੱਖਾਂ ਦੀ ਤਾਦਾਦ ਤੇ, ਕਰੋੜਾਂ ਦੀ ਤਾਦਾਦ ਤੇ ਸਾਡੀ ਸੂਰਤਾਂ ਹਨ, ਪਰ ਇੱਕ ਦੀ ਸ਼ਕਲ ਦੂਸਰੇ ਨਾਲ ਨਹੀਂ ਮਿਲਦੀ। ਤੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਬੜੀ ਛੋਟੀ ਜਿਹੀ ਗੱਲ ਹੈ। ਅਰਬਾਂ ਖਰਬਾਂ ਦੀ ਤਾਦਾਦ ਤੇ ਪੇੜ ਪੌਦੇ ਨੇ, ਦਰਖਤ ਨੇ, ਤੇ ਕੋਈ ਇੱਕ ਪੱਤਾ ਵੀ ਤੋੜ ਲਈਏ ਨਾ, ਇੱਕ ਪੱਤਾ ਤੋੜ ਕੇ ਜੇਕਰ ਦੂਸਰੇ ਪੱਤੇ ਨਾਲ ਉਸ ਨੂੰ ਮਿਲਾਈਏ ਤੇ ਨਹੀਂ ਮਿਲਦਾ। ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਭਾਵੇਂ ਸਾਇੰਸ ਨੇ ਅੱਜ ਬਹੁਤ ਤਰੱਕੀ ਕਰ ਲਈ ਹੈ, ਚੰਦ ਤਾਰਿਆਂ ਤੱਕ ਸਾਇੰਸ ਪਹੁੰਚ ਗਈ ਹੈ, ਪਰ ਇਤਨੀ ਤਰੱਕੀ ਤੋਂ ਬਾਵਜੂਦ ਵੀ ਸਾਇੰਸਦਾਨਾਂ ਨੂੰ ਅਗਰ ਆਖਿਆ ਜਾਵੇ ਕਿ ਤੁਸੀਂ ਇੱਕ ਮਿੱਟੀ ਦੇ ਕਣ ਨੂੰ ਇਜਾਦ ਕਰ ਦਿਓ, ਇੱਕ ਮਿੱਟੀ ਦਾ ਕਣ ਬਣਾ ਦਿਓ, ਤੇ ਸਾਇੰਸ ਨਹੀਂ ਬਣਾ ਸਕਦੇ। ਨੇਚਰ ਦਾ ਇੱਕ ਪਾਰਟੀਕਲ ਵੀ ਸਾਇੰਸ ਨਹੀਂ ਬਣਾ ਸਕਦੀ। ਜੋ ਗੁਰੂ ਨੇ ਬਣਾਇਆ ਹੈ, ਜੋ ਨਿਰੰਕਾਰ ਨੇ ਬਣਾਇਆ ਹੈ, ਜੋ ਉਸਦੀ ਕੁਦਰਤ ਨੇ ਬਣਾਇਆ ਹੈ, ਕਿਸੇ ਵੀ ਚੀਜ਼ ਨੂੰ ਸਾਇੰਸਦਾਨ ਅੱਜ ਤੱਕ, ਨੇਚਰ ਦੀ ਕਿਸੇ ਵੀ ਚੀਜ਼ ਨੂੰ ਸਾਇੰਸਦਾਨ ਅੱਜ ਤੱਕ ਬਣਾ ਨਹੀਂ ਪਾਏ। ਉਸਦੀ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਪਾ ਸਕਿਆ, ਉਸ ਦਾ ਅੰਤ ਕੋਈ ਕਿਵੇਂ ਪਾ ਲਵੇਗਾ? ਅੰਤਿਮ ਪੰਕਤੀਆਂ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕੀ ਆਖ ਰਹੇ ਹਨ? ਨਾਨਕ ਕਾਗਦ ਲਖ ਮਣਾ
पढ़ पढ़ कीचै पाओ, मस्सू टोट न आवई, लेखन पौण चलाओ। जे मेरे पास तेरी वडियाई नाल भरे होए ਲੱਖਾਂ ਮਣ ਕਾਗਜ਼ ਵੀ ਹੋਣ ਤੇ ਮੈਂ ਪੜ੍ਹ ਪੜ੍ਹ ਉਸ 'ਤੇ ਵਿਚਾਰ ਕਰਾਂ, ਸ਼ਾਹੀ ਦੀ ਵੀ ਕਮੀ ਨਾ ਹੋਵੇ। ਮੈਂ ਹਵਾ ਨੂੰ ਆਪਣੀ ਕਲਮ ਬਣਾ ਲਵਾਂ ਤੇ ਇਤਨੀ ਤੇਜ਼ ਵੀ ਮੈਂ ਤੇਰੀ ਵਡਿਆਈ ਲਿਖਾਂ, ਤਾਂ ਵੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾ। ਤਾਂ ਵੀ ਪਰਮਾਤਮਾ ਤੇਰੀ ਕੋਈ ਕੀਮਤ ਨਹੀਂ ਪਾ ਸਕਦਾ। ਸੋ ਗੁਰੂ ਕੇ ਸਿੱਖੋ, ਗੁਰਮੁਖ ਪਿਆਰਿਓ, ਇਸ ਗੱਲ ਨੂੰ ਅਸੀਂ ਸਮਝ ਲਈਏ ਕਿ ਅਸੀਂ ਉਸ ਨਿਰੰਕਾਰ ਦੀ ਕੀਮਤ ਨਹੀਂ ਪਾਣੀ, ਉਸ ਦਾ ਅੰਤ ਨਹੀਂ ਪਾਣਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨਾਲ ਪ੍ਰੇਮ ਪਾਣਾ ਹੈ, ਉਸ ਦੇ ਪਿਆਰ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਆਉਣਾ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹੋ ਅੰਤ ਨਾ ਜਾਣੈ ਕੋਈ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਊਚੇ ਉੱਪਰ ਊਚਾ ਨਾਉ, ਏਵਡ ਊਚਾ ਹੋਏ ਕੋਏ, ਤਿਸ ਊਚੇ ਕੋ ਜਾਣੇ ਸੋਏ। ਇਹ ਗੁਰੂ ਪਾਤਸ਼ਾਹ ਰਹਿਮਤ ਕਰੇ ਅਤੇ ਉਸਨੂੰ ਆਪ ਸਮਝਿਆ ਜਾ ਸਕਦਾ ਹੈ। ਆਪਣੀ ਸਿਆਣਪ ਨਾਲ ਉਸ ਨੂੰ ਨਹੀਂ ਸਮਝਿਆ ਜਾ ਸਕਦਾ, ਉਸ ਦੀ ਰਹਿਮਤ ਨਾਲ ਉਸ ਨੂੰ ਸਮਝਿਆ ਜਾ ਸਕਦਾ। ਸੋ ਸਤਿਗੁਰ ਪਾਤਸ਼ਾਹ ਸਭਨਾਂ 'ਤੇ ਉਹ ਰਹਿਮਤ ਬਖਸ਼ਿਸ਼ ਕਰਨ ਕਿ ਜੋ ਪਾਤਸ਼ਾਹ ਆਪ ਸਾਨੂੰ ਦੇਣਾ ਚਾਹੁੰਦੇ ਨੇ, ਸਮਝਾਉਣਾ ਚਾਹੁੰਦੇ ਨੇ, ਉਹ ਸਾਡੀ ਮੱਤ ਵਿੱਚ ਗੁਰੂ ਦੀ ਗਤ, ਸਾਡੀ ਮੱਤ ਵਿੱਚ ਗੁਰੂ ਦੀ ਸਮਝ ਰਲ ਜਾਵੇ, ਇਕਮਿਕ ਹੋ ਜਾਵੇ। ਉਚਾਰਨ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਸਿਮਰੋ ਤੇ ਸੁੱਖ ਨੂੰ ਪਾ ਲਓ। ਭਾਵ ਸਿਮਰਨ ਤੋਂ ਹੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸਿਮਰਨ ਨਾਲ ਹੀ ਸਾਰੇ ਸੁੱਖ ਮਿਲਦੇ ਨੇ। ਸੁੱਖ ਕੀ ਹੈ? ਹਰ ਕੋਈ ਚਾਹੁੰਦਾ ਅਸੀਂ ਸੁਖੀ ਹੋ ਜਾਈਏ, ਅਤੇ ਸੁੱਖਾਂ ਨੂੰ ਪਾਉਣ ਲਈ ਮਨੁੱਖ ਪੈਸੇ ਦੇ ਪਿੱਛੇ ਭੱਜ ਰਿਹਾ। ਮਨੁੱਖੀ ਸੋਚ ਹੈ। ਕੀ ਸੋਚ ਹੈ? ਬਸ ਥੋੜ੍ਹਾ ਹੋਰ ਕਮਾ ਲਵਾਂ, ਮੈਂ ਸੁਖੀ ਹੋ ਜਾਵਾਂਗਾ। ਥੋੜ੍ਹਾ ਹੋਰ ਪੈਸਾ ਆ ਜਾਵੇ, ਬਸ ਇਹ ਕਿਤੇ ਮੇਰਾ ਪ੍ਰੋਜੈਕਟ ਪੂਰਾ ਹੋ ਜਾਵੇ। ਥੋੜ੍ਹਾ ਹੋਰ ਕਮਾ ਲਵਾਂ, ਮੈਂ ਸੁਖੀ ਹੋ ਜਾਵਾਂਗਾ। ਭੱਜਦੇ ਭੱਜਦੇ ਉਸ ਦੀ ਰਫਤਾਰ ਇਤਨੀ ਤੇਜ਼ ਹੋ ਗਈ ਹੈ ਕਿ ਉਹ ਭੁੱਲ ਹੀ ਗਿਆ ਕਿ ਮੈਂ ਭੱਜ ਕਿਉਂ ਰਿਹਾ। ਭੱਜੀ ਜਾ ਰਿਹਾ, ਬਸ ਭੱਜੀ ਜਾ ਰਿਹਾ। ਮੈਂ ਕਿੱਥੇ ਜਾ ਰਿਹਾ ਕੋਈ ਸਮਝ ਨਹੀਂ। ਮੇਰਾ ਆਚਰਣ ਕਿੱਥੇ ਜਾ ਰਿਹਾ ਸਭ ਭੁੱਲ ਗਿਆ। ਸੁੱਖ ਨੂੰ ਪਾਉਣ ਲਈ ਕਿ ਸ਼ਾਇਦ ਪੈਸੇ ਨਾਲ ਮੈਂ ਸੁੱਖ ਨੂੰ ਪਾ ਲਵਾਂਗਾ। ਮਾਇਆ ਮਨੁੱਖ ਦੀ ਅਹਿਮ ਜ਼ਰੂਰਤ ਹੈ। ਪੈਸਾ ਮਨੁੱਖ ਦੀ ਅਹਿਮ ਜ਼ਰੂਰਤ ਹੈ। ਕੋਈ ਵੀ ਕੰਮ ਇਸ ਤੋਂ ਬਗੈਰ ਪੂਰਨ ਨਹੀਂ ਹੁੰਦਾ। ਪਰ ਜੇ ਮਨੁੱਖ ਮਾਇਆ ਦੇ ਪਿੱਛੇ ਲੱਗ ਕੇ ਇਤਨਾ ਮਸਰੂਫ ਹੋ ਜਾਵੇ, ਇਤਨਾ ਲੀਨ ਹੋ ਜਾਏ ਕਿ ਇੱਕ ਖਿਣ ਵੀ ਪਰਮੇਸ਼ਵਰ ਦੀ ਬੰਦਗੀ ਲਈ ਸਮਾਂ ਨਹੀਂ, ਤਾਂ ਐਸੀ ਮਾਇਆ ਕਿਸ ਕੰਮ ਦੀ? ਐਸਾ ਧਨ ਕਿਸ ਕੰਮ ਦਾ? ਜਦੋਂ ਵੀ ਮਨੁੱਖ ਆਪਣਾ ਪਿਛਲਾ ਜੀਵਨ ਦੇਖੇਗਾ, ਉਸ ਨੂੰ ਪ੍ਰਤੀਤ ਹੋਵੇਗਾ ਕਿ ਮੈਂ ਪਹਿਲੇ ਜ਼ਿਆਦਾ ਸੁਖੀ ਸਾਂ, ਕਿਉਂਕਿ ਹੁਣ ਜ਼ਿੰਮੇਦਾਰੀਆਂ ਵੱਧ ਗਈਆਂ ਨੇ। ਮਾਇਆ ਦੀ ਸਭ ਨੂੰ ਲੋੜ ਹੈ, ਪਰ ਇਸ ਲੋੜ ਤੋਂ ਬਾਅਦ
ਮਨੁੱਖ ਹੋੜ ਵਿੱਚ ਪੈ ਜਾਂਦਾ ਹੈ, ਇੱਕ ਦੌੜ ਵਿੱਚ ਪੈ ਜਾਂਦਾ ਹੈ। ਚਾਹੁੰਦਾ ਸੁੱਖ ਹੈ ਪਰ ਧਿਆਨ ਮਾਇਆ ਵੱਲ ਹੈ, ਪੈਸੇ ਵੱਲ ਹੈ। ਪੈਸੇ ਤੋਂ ਦੁਨਿਆਵੀ ਸੁੱਖ ਮਿਲ ਸਕਦਾ ਹੈ, ਸਰੀਰਿਕ ਆਰਾਮ ਮਿਲ ਸਕਦਾ ਹੈ, ਪਰ ਆਤਮਿਕ ਸੁੱਖ ਦਾ ਪੈਸੇ ਨਾਲ ਕੋਈ ਮੇਲ ਨਹੀਂ ਹੈ। ਇੱਕ ਅਮੀਰ ਆਦਮੀ ਪ੍ਰਭੂ ਦੇ ਸਿਮਰਨ ਵਿੱਚ ਲੀਨ ਹੋ ਕੇ ਸੁੱਖ ਨੂੰ ਪ੍ਰਾਪਤ ਕਰ ਸਕਦਾ ਹੈ। ਇੱਕ ਗਰੀਬ ਆਦਮੀ ਵੀ ਸਿਮਰਨ ਤੋਂ ਸੁੱਖ ਨੂੰ ਪ੍ਰਾਪਤ ਕਰ ਸਕਦਾ ਹੈ। ਗਰੀਬੀ ਵਿੱਚ ਜਪਣਾ ਸੌਖਾ ਨਹੀਂ ਹੈ, ਪਰ ਅਮੀਰੀ ਤੋਂ ਧਿਆਨ ਹਟਾ ਕੇ ਵੀ ਜਪਣਾ ਔਖਾ ਹੈ। ਬਾਣੀ ਵਿੱਚ ਜ਼ਿਕਰ ਆਇਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਤਾਂ ਪੂਰਨ ਸੁੱਖ ਮਾਇਆ ਵਿੱਚ ਨਹੀਂ, ਪੂਰਨ ਸੁੱਖ ਉਸ ਪ੍ਰਮਾਤਮਾ ਦੇ ਨਾਮ ਵਿੱਚ ਹੈ, ਉਸ ਦੀ ਬੰਦਗੀ ਵਿੱਚ ਹੈ। ਤੇ ਜੇ ਪੈਸੇ ਤੋਂ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਤਾਂ ਦੁਨੀਆ ਦੇ ਸਾਰੇ ਅਮੀਰ ਮਨੁੱਖ ਸੁਖੀ ਹੁੰਦੇ, ਪਰ ਐਸਾ ਨਹੀਂ ਹੈ। ਉਹ ਵੀ ਦੁਖੀ ਨੇ। ਕਿਸੇ ਨੂੰ ਧੀਆਂ ਪੁੱਤਰਾਂ ਦਾ ਦੁੱਖ ਹੈ, ਕਿਸੇ ਨੂੰ ਕੰਮਾਂ ਕਾਰਾਂ ਦਾ ਦੁੱਖ ਹੈ। ਆਪਣੇ ਆਪਣੇ ਸਾਰੇ ਹੀ ਦੁੱਖ ਨੇ। ਤੇ ਇਹ ਵੀ ਗੱਲ ਸੱਚ ਹੈ, ਸਭ ਨੂੰ ਇਹੀ ਪ੍ਰਤੀਤ ਹੁੰਦਾ ਹੈ, ਮੇਰਾ ਹੀ ਦੁੱਖ ਸਭ ਤੋਂ ਵੱਡਾ ਦੁੱਖ ਹੈ। ਹਰ ਇੱਕ ਨੂੰ ਇਹੀਓ ਪ੍ਰਤੀਤ ਹੁੰਦਾ ਹੈ, ਮੈਂ ਹੀ ਸਭ ਤੋਂ ਜ਼ਿਆਦਾ ਦੁਖੀ ਹਾਂ। ਦੁੱਖ ਨੇ ਆ ਕੇ ਕੇਵਲ ਤੁਹਾਡਾ ਦਰਵਾਜ਼ਾ ਨਹੀਂ ਖਟਖਟਾਇਆ। ਪਾਤਸ਼ਾਹ ਆਖਦੇ ਹਨ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਹੀ ਸੰਸਾਰ ਦੁਖੀ ਹੈ। ਸੁਖੀ ਕੌਣ ਹੈ? ਸੁਖੀ ਉਹ ਹੈ ਜੋ ਹਰ ਪੈਰ ਜਪ ਰਿਹਾ ਹੈ, ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਖੀ ਉਹ ਹੈ ਜਿਸ ਨੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਨਾਲ, ਉਸ ਨਿਰੰਕਾਰ ਦੇ ਚਰਨਾਂ ਨਾਲ ਜੋੜ ਲਿੱਤਾ ਹੈ, ਜੋ ਸਦਾ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਉਹ ਸੁਖੀ ਹੈ। ਸੁੱਖ ਸਿਮਰਨ ਤੋਂ ਮਿਲਦਾ ਹੈ। ਸੁੱਖ ਕੀ ਹੈ? ਸੁੱਖ ਪ੍ਰੇਮ ਦਾ ਇੱਕ ਰੂਪ ਹੈ। ਸਿਮਰਨ ਨਾਲ ਪ੍ਰੇਮ ਪੈਦਾ ਹੁੰਦਾ ਹੈ। ਪ੍ਰੇਮ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਿਮਰਨ ਨਾਲ ਪ੍ਰੇਮ ਪੈਦਾ ਹੁੰਦਾ ਹੈ। ਪ੍ਰੇਮ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤੇ ਮਨੁੱਖ ਪ੍ਰੇਮ ਨੂੰ ਲੱਭ ਰਿਹਾ ਹੈ। ਮੈਂ ਬਿਨੈ ਕਰਾਂ, ਧਿਆਨ ਨਾਲ ਸਰਵਣ ਕਰਿਆ ਜੇ। ਜਿਸ ਤਰ੍ਹਾਂ ਬੱਚਾ ਜਦੋਂ ਭੁੱਖਾ ਹੁੰਦਾ ਹੈ, ਅਨੀਂਦਰਾ ਹੁੰਦਾ ਹੈ, ਚਿੜਚਿੜਾ ਹੋ ਜਾਂਦਾ ਹੈ, ਰੋਣ ਲੱਗ ਪੈਂਦਾ ਹੈ। ਐਸਾ ਨਹੀਂ ਕਿ ਉਹ ਬੋਲ ਕੇ ਆਪਣੀ ਭੁੱਖ ਬਿਆਨ ਨਹੀਂ ਕਰ ਸਕਦਾ, ਪਰ ਉਹ ਆਪ ਹੀ ਨਹੀਂ ਸਮਝ ਪਾਉਂਦਾ ਉਸ ਨੂੰ ਚਾਹੀਦਾ ਕੀ ਹੈ। ਬਸ ਚਿੜਚਿੜਾ ਹੋ ਜਾਂਦਾ। ਵੱਡੇ ਆਖਦੇ ਨੇ, ਇਸ ਨੂੰ ਕੁਝ ਖੁਆ ਕੇ ਸੁਆ ਦਿਓ, ਇਹ ਅਨੀਂਦਰਾ ਹੈ, ਇਹ ਭੁੱਖ ਹੈ। ਅਸਲੀਅਤ ਕੀ ਹੈ? ਅਸਲੀਅਤ ਇਹ ਹੈ, ਮਨੁੱਖ ਪ੍ਰੇਮ ਦਾ ਭੁੱਖ ਹੈ। ਕਿਸੇ ਪਾਸੋਂ ਬਸ ਪ੍ਰੇਮ ਮਿਲ ਜਾਵੇ। ਤੇ ਇਸ ਪ੍ਰੇਮ ਨੂੰ ਪਾਉਣ ਲਈ ਉਹ ਆਪਣੇ ਮਨ ਨੂੰ ਥਾਂ ਥਾਂ 'ਤੇ ਜੋੜਦਾ ਹੈ। ਕਦੀ ਘਰਵਾਲੀ ਨਾਲ, ਕਦੀ ਬੱਚਿਆਂ ਨਾਲ, ਕਦੀ ਸਾਥੀ ਸੰਬੰਧੀਆਂ ਨਾਲ। ਪਰ ਕਿਸੇ ਦਾ ਵੀ ਪਿਆਰ ਪੂਰਾ ਨਹੀਂ ਉਤਰਦਾ। ਪਤਾ ਕਿਉਂ? ਕਿਉਂਕਿ ਕੋਈ ਵੀ ਪੂਰਨ ਨਹੀਂ ਹੈ। ਪੂਰਨ ਕੇਵਲ ਤੇ ਕੇਵਲ ਪਰਮਾਤਮਾ ਹੈ। ਉਹ ਅਸੀਮ ਗੁਰੂ ਹੈ। ਤਾਂ ਪੂਰਾ ਪ੍ਰੇਮ, ਪੂਰਾ ਸੁੱਖ ਕੇਵਲ ਪੂਰਨ ਗੁਰੂ ਪਾਸੋਂ ਮਿਲ ਸਕਦਾ ਹੈ। ਇਹ ਪੂਰੇ ਗੁਰੂ ਦੀ ਵਡਿਆਈ ਹੈ। ਉਸ ਪ੍ਰਭੂ ਤੋਂ ਹੀ ਮਿਲ ਸਕਦਾ ਹੈ। ਕਿਉਂਕਿ ਕੇਵਲ ਉਹੀਓ ਹੈ ਜਿਹੜਾ ਊਚ ਨੀਚ, ਅਮੀਰੀ ਗਰੀਬੀ, ਜ਼ਾਤ ਪਾਤ ਦੇ ਫਾਸਲਿਆਂ ਨੂੰ ਨਹੀਂ ਮੰਨਦਾ। ਤੇ ਜੋ ਵੀ ਉਸ ਪਰਮਾਤਮਾ ਨੂੰ ਪ੍ਰੇਮ ਨਾਲ ਯਾਦ ਕਰਦਾ ਹੈ, ਉਹ ਨਿਰੰਕਾਰ ਪਾਤਸ਼ਾਹ ਉਸ ਦੀਆਂ ਝੋਲੀਆਂ ਸੁੱਖਾਂ ਨਾਲ ਭਰ ਦਿੰਦਾ ਹੈ।
ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁਖ ਲਗੈ ਨ ਕੋਏ। ਤੇ ਜੇ ਸਦਾ ਸੁਖ ਮਾਣਨਾ ਚਾਹੁੰਦਾ ਹੈ ਤੇ ਉਸ ਦੀ ਸ਼ਰਨ ਵਿੱਚ ਆ ਜਾ। ਆਪ ਬਖਸ਼ਿਸ਼ ਕਰਦੇ ਹਨ, ਕਿਸ ਦੀ ਸ਼ਰਨ ਵਿੱਚ ਆ ਜਾ, ਜਿਸ ਜੇ ਵਡ ਅਵਰ ਨ ਕੋਏ। ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ ਜਿਸ ਦੇ ਵਰਗਾ ਹੋਰ ਦੂਸਰਾ ਕੋਈ ਹੈ ਹੀ ਨਹੀਂ। ਤਿਸ ਕੀ ਸ਼ਰਨੀ ਪਰਮ ਨਾ, ਜਿਸ ਜੇਵੜ ਅਵਰ ਨਾ ਕੋਏ। ਜਿਸ ਸਿਮਰਤ ਸੁਖ ਹੋਏ। ਕਿਤਨਾ ਬੇਅੰਤ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜੇ ਕੋਈ ਇੱਕ ਵਾਰ ਜਪ ਲਵੇ ਸਤਨਾਮ ਸ੍ਰੀ ਵਾਹਿਗੁਰੂ ਜੀ। ਕਬੀਰ ਜੀ ਬੜੀ ਉੱਚੀ ਸੁੱਚੀ ਅਵਸਥਾ, ਸ਼੍ਰੋਮਣੀ ਸੰਤ, ਮਹਾਨ ਸੰਤ। कबीर जी पास एक प्यारा आया नाम लैण लई कि कबीर जी दे दर्शन करां ते मैनू कबीर जी तो परमात्म दा रस्ता मिल जावे, नाम मिल जावे। कबीर जी घर नहीं सी, लोई जी सन। बूहा खटखटाया, प्यारे ने नमस्कार कीती ते आखण लगा, जी मैं कबीर जी दे दर्शन करने सी, मैं उन्हां कोल नाम लैण लई आया। लोई जी ने एक माला हथ विच फड़ी हुई सी, उस प्यारे नूं फड़ा दित्ती। कहंदे बई 51 वार दिन विच ਇਹ ਮਾਲਾ ਦਾ ਜਾਪ ਕਰਿਆ ਕਰ ਤੇ ਰਾਮ ਰਾਮ ਆਖਿਆ ਕਰ। ਕੀ ਆਖਿਆ? 51 ਵਾਰ ਇਹ ਮਾਲਾ ਦਾ ਜਾਪ ਕਰਿਆ ਕਰ ਤੇ ਰਾਮ ਰਾਮ ਆਖਿਆ ਕਰ। ਮਾਲਾ ਦੇ ਕੇ ਭੇਜ ਦਿੱਤਾ। ਗੁਰੂ ਕਾ ਪਿਆਰਾ ਚਲਾ ਗਿਆ ਤੇ ਕਬੀਰ ਜੀ ਆ ਰਹੇ ਸਨ। ਆਂਦੇ ਕਬੀਰ ਜੀ ਨੇ ਕਿਤੇ ਵੇਖ ਲਿਆ ਬਈ ਕੋਈ ਜਾ ਰਿਹਾ ਹੈ ਕੁਟੀਆ ਤੋਂ। कबीर जी ने लोई जी पासों पुछया भी कोई आया सी, कौन सी गुरमुख प्यारा? कहंदा जी, लोई जी आखण लगे नाम लैण लई आया सी। कबीर जी कहण लगे फिर? कहंदे फिर मैं दे दित्ती है माला ते आख्या है। कबीर जी पुछण लगे की आख्या है? कहंदे जी मैं आख्या है 51 वार ਇਹ ਮਾਲਾ ਫੇਰਿਆ ਕਰ, 51 ਵਾਰ ਇਹ ਮਾਲਾ ਫੇਰਿਆ ਕਰ ਤੇ ਰਾਮ ਰਾਮ ਆਖਿਆ ਕਰ, ਰਾਮ ਰਾਮ ਜਪਿਆ ਕਰ। ਕਬੀਰ ਜੀ ਮੁਸਕਰਾ ਪਏ। ਮੁਸਕਰਾ ਪਏ ਤੇ ਕਬੀਰ ਜੀ ਆਖਣ ਲੱਗੇ, ਲੈ ਰਾਮ ਦੇ ਨਾਮ ਨੂੰ ਇੰਨੀ ਵਾਰ ਲੈਣ ਦੀ ਕੀ ਲੋੜ ਹੈ? ਬਸ ਇੱਕ ਵਾਰ ਪਿਆਰ ਨਾਲ ਕੋਈ ਰਾਮ ਆਖ ਲਵੇ, ਆਨੰਦ ਆ ਜਾਂਦਾ ਹੈ। ਸਾਧ ਸੰਗਤ, ਇਹ ਮਹਾਂਪੁਰਸ਼ਾਂ ਦੀ, ਇਹ ਗੁਰੂ ਜਨਾਂ ਦੀ, ਇਹ ਭਗਤ ਜਨਾਂ ਦੀ ਅਵਸਥਾ ਹੈ। ਕਹਿੰਦੇ ਬਸ ਕੋਈ ਇੱਕ ਵਾਰ ਪਿਆਰ ਨਾਲ ਰਾਮ ਆਖ ਲਵੇ, ਉਸ ਨੂੰ ਆਤਮਿਕ ਸੁੱਖ ਪ੍ਰਾਪਤ ਹੋ ਜਾਂਦਾ ਹੈ। ਪਰ ਇੱਕ ਵਾਰ ਜਿਹੜਾ ਰਾਮ ਆਖਣਾ ਹੈ, ਜੋ ਕਬੀਰ ਜੀ ਆਖਦੇ ਸਨ, ਐਸੀ ਅਵਸਥਾ ਨੂੰ ਬਣਾਉਣ ਲਈ ਪਤਾ ਨਹੀਂ ਕਿਤਨੇ ਜਨਮ ਲੱਗ ਜਾਂਦੇ ਨੇ ਸਾਧ ਸੰਗਤ। ਜਦੋਂ ਐਸੀ ਅਵਸਥਾ ਪੈਦਾ ਹੁੰਦੀ ਹੈ। ਇੱਕ ਰਾਜਾ, ਇੱਕ ਸੰਤ। ਰਾਜੇ ਕੋਲ ਸੰਤ ਮਹਾਂਪੁਰਸ਼ ਆਏ। ਅਕਸਰ ਵਿਚਾਰਾ ਮਹਾਂਪੁਰਸ਼ਾਂ ਨਾਲ ਕਰਦਾ ਰਹਿੰਦਾ ਸੀ। ਰਾਜੇ ਨੇ ਬੜਾ ਮਾਣ ਕੀਤਾ ਸੰਤਾਂ ਦਾ, ਮਹਾਂਪੁਰਸ਼ਾਂ ਦਾ। ਚਰਨ ਪਰਸੇ, ਜਲ ਪਾਨ ਛਕਾਇਆ, ਬਹੁਤ ਆਦਰ ਕੀਤਾ। ਸੰਤਾਂ ਦਾ ਵੀ ਮਨ ਪ੍ਰਸੰਨ ਹੋਇਆ। ਜਾਣ ਲੱਗੇ ਸੰਤ ਜਨ ਤੇ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕੀਤਾ। ਰਾਜਾ ਕਹਿਣ ਲੱਗਾ ਕੁਝ ਗਿਆਨ ਦੇ ਜਾਓ, ਤੇ ਮਹਾਂਪੁਰਸ਼ ਕਹਿਣ ਲੱਗੇ, ਰਾਜਾ ਆਪਣੇ ਜੀਵਨ ਵਿੱਚ ਇੱਕ ਖਿਣ ਵੀ ਜੇ ਤੂੰ ਪਰਮਾਤਮਾ ਦਾ ਸਿਮਰਨ ਕਰ ਲਿਆ, ਤੇਰਾ ਪਾਰ ਉਤਾਰਾ ਹੋ ਜਾਣਾ ਹੈ।
ਰਾਜੇ ਨੇ ਸਵਾਗਤ ਤਾਂ ਬੜਾ ਕੀਤਾ, ਚਰਨ ਵੀ ਪਰਸੇ, ਜਲਪਾਨ ਵੀ ਛਕਾਇਆ, ਗੱਲ ਵੀ ਸੁਣ ਲਈ, ਪਰ ਗੱਲ ਸਮਝ ਨਹੀਂ ਪਾਇਆ ਮਹਾਂਪੁਰਸ਼ ਕੀ ਕਹਿੰਦੇ ਨੇ। ਮਹਾਂਪੁਰਸ਼ ਕਹਿ ਕੇ ਚਲੇ ਗਏ। ਕਹਿੰਦਾ ਕੋਈ ਗੱਲ ਨਹੀਂ, ਬੜੀ ਉਮਰ ਪਈ ਹੈ, ਇੱਕ ਖੇਨੀ ਤਾਂ ਜਪਣਾ, ਜਪ ਲਵਾਂਗੇ, ਕੋਈ ਗੱਲ ਨਹੀਂ। ਸਮਾਂ ਬੀਤਦਾ ਗਿਆ, ਉਮਰ 50 ਸਾਲ, 60 ਸਾਲ, 70 ਸਾਲ, 80 ਸਾਲ, ਅੰਤਿਮ ਸਮਾਂ ਰਾਜੇ ਦਾ ਆਇਆ। ਸਾਰਾ ਸਮਾਂ ਬੀਤ ਗਿਆ ਪਰ ਰਾਜਾ ਨਹੀਂ ਜਪ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਜੀ, ਨਹੀਂ ਜਪ ਪਾਇਆ। ਤੇ ਜਦੋਂ ਅੰਤਿਮ ਸਮਾਂ ਆਇਆ, ਰਾਜੇ ਦੇ ਸਵਾਸ ਪੂਰੇ ਹੋ ਗਏ, ਨਹੀਂ ਜਪ ਸਕਿਆ। ਕਿਉਂਕਿ ਸਾਧ ਸੰਗਤ, ਇੱਕ ਖਿਨ ਜੋ ਮਹਾਂਪੁਰਸ਼ਾਂ ਨੇ ਆਖਿਆ ਸੀ ਨਾ ਕਿ ਇੱਕ ਖਿਨ ਵੀ ਕੋਈ ਜਪ ਲਵੇ ਉਸ ਦਾ ਉਧਾਰ ਹੋ ਜਾਂਦਾ ਹੈ। ਮੈਂ ਫਿਰ ਬਿਨੈ ਕਰਾਂ, ਉਸ ਇੱਕ ਖਿਨ ਨੂੰ ਜਪਣ ਲਈ, ਐਸੀ ਅਵਸਥਾ ਆਉਣ ਲਈ ਕਿ ਇੱਕ ਖਿਨ ਪਰਮਾਤਮਾ ਦਾ ਨਾਮ ਲਿੱਤਾ ਤੇ ਪਰਮਾਤਮਾ ਵਿੱਚ ਲੀਨ ਹੋ ਗਏ, ਪਤਾ ਨਹੀਂ ਕਿਤਨੇ ਜਨਮ ਲੱਗ ਜਾਂਦੇ ਹਨ। ਉਹ ਅਵਸਥਾ ਐਸੀ ਆ ਜਾਵੇ ਕਬੀਰ ਜੀ ਵਾਲੀ, ਕਹਿੰਦੇ ਰਾਮ ਦੇ ਨਾਮ ਨੂੰ ਇਤਨੀ ਵਾਰ ਕਹਿਣ ਦੀ ਕੀ ਲੋੜ ਹੈ, ਇੱਕ ਵਾਰ ਪਿਆਰ ਨਾਲ ਕੋਈ ਰਾਮ ਆਖ ਲਵੇ। ਪਰ ਐਸੀ ਅਵਸਥਾ ਗੁਰੂ ਰਹਿਮਤ ਕਰੇ, ਜਨਮਾਂ ਪਾ ਕੇ ਐਸੀ ਅਵਸਥਾ ਬਣਦੀ ਹੈ। ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲਗੈ ਨਾ ਕੋਏ। ਤੇ ਜੇ ਸਦਾ ਸੁੱਖ ਮਾਣਨਾ ਚਾਹੁੰਦਾ ਤੇ ਉਸ ਦੀ ਸ਼ਰਨ ਵਿੱਚ ਆ ਜਾ। ਮੈਂ ਬਿਨੈ ਕਰ ਰਿਹਾ ਸੀ, ਤਿਸ ਕੀ ਸ਼ਰਨੀ ਪਰਮ ਨਾ ਜਿਸ ਜੇਵੜ ਅਵਰ ਨਾ ਕੋਏ। ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ ਜਿਸ ਦੇ ਵਰਗਾ ਹੋਰ ਦੂਸਰਾ ਕੋਈ ਹੈ ਹੀ ਨਹੀਂ ਹੈ, ਜਿਸ ਦੀ ਕੋਈ ਮਿਸਾਲ ਨਹੀਂ ਹੈ। ਉਸ ਦੀ ਮਿਸਾਲ ਉਹ ਆਪ ਪਰਮਾਤਮਾ ਹੈ।